ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਸਟੂਡੀਓ ਵਿੱਚ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਗਏ ਨੇ, ਅੱਜ ਬੈਠੇ ਨੇ ਆ ਕੇ ਹਰਿੰਦਰ ਹੁੰਦਲ ਜੀ। ਹਰਿੰਦਰ ਹੁੰਦਲ ਸਾਡੇ ਟਾਂਟੋ ਦੀ ਜਾਣੀ ਪਛਾਣੀ ਸ਼ਖਸੀਅਤ ਆ, ਸੋਸ਼ਲ ਵਰਕਰ ਨੇ। ਕਾਫੀ ਸਾਰਾ ਇਹਨਾਂ ਦਾ ਕੰਮ, ਜਿੱਥੇ ਕਿਤੇ ਵੀ ਕੋਈ ਕਮਿਊਨਿਟੀ ਦੀ ਸੇਵਾ ਦਾ ਕੰਮ ਹੁੰਦਾ ਉੱਥੇ ਹਾਜ਼ਰ ਹੁੰਦੇ ਆ। ਔਰ ਹਰਿੰਦਰ ਹੁੰਦਲ ਹੀ ਇੱਕ ਤਰ੍ਹਾਂ ਨਾਲ ਕਮਿਊਨਿਟੀ ਨੂੰ ਅਵੇਅਰ ਕਰਨ ਦੇ ਵਿੱਚ ਕਾਫੀ ਇਹਨਾਂ ਦਾ ਯੋਗਦਾਨ ਰਹਿੰਦਾ ਹਮੇਸ਼ਾ। ਔਰ ਸਾਰੀਆਂ ਜਿਹੜੀਆਂ ਕਮਿਊਨਿਟੀ 'ਚ ਵਿਚਰਦਿਆਂ ਚੰਗੀਆਂ ਮੰਦੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ ਉਹਦੇ 'ਤੇ ਕਾਫੀ ਜ਼ਿਆਦਾ ਗੰਭੀਰਤਾ ਨਾਲ ਵਿਚਾਰ ਵੀ ਰੱਖਦੇ ਆ ਔਰ ਪੈਣੀ ਨਿਗਾਹ ਰੱਖਦੇ ਹਰ ਚੀਜ਼ 'ਤੇ ਕਿ ਸਾਡੇ ਸਮਾਜ 'ਚ ਹੋ ਕੀ ਰਿਹਾ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਮੈਂ ਹੁੰਦਲ ਸਾਹਿਬ ਦਾ ਸਵਾਗਤ ਕਰ ਲਾਂ, ਫਿਰ ਇਹਨਾਂ ਨਾਲ ਆਪਾਂ ਤੁਹਾਨੂੰ ਪ੍ਰੋਗਰਾਮ ਦੀ ਜੋ ਰੂਪਰੇਖਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ। ਹੁੰਦਲ ਸਾਹਿਬ, ਪਹਿਲਾਂ ਤਾਂ ਜੀ ਆਇਆਂ ਨੂੰ ਸਵਾਗਤ ਜੀ। ਧੰਨਵਾਦ ਹਰਜੀਤ ਜੀ। ਪੰਜਾਬੀ ਦੁਨੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਦੋਸਤੋ, ਅਸੀਂ ਅੱਜ ਗੱਲ ਕਰਨੀ ਹੁੰਦਲ ਸਾਹਿਬ ਨਾਲ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਵਿੱਚ ਇੱਕ ਐਜੀਟੇਸ਼ਨ ਚੱਲ ਰਹੀ ਆ, ਜਿਹਨੂੰ ਹੁਣ ਗੌਰਮੈਂਟ ਨੇ ਕਿਸੇ ਹੱਦ ਤੱਕ ਉੱਤੇ ਕਾਬੂ ਪਾ ਲਿਆ। ਕਈ ਦਿਨਾਂ ਤੋਂ ਮਤਲਬ ਇਹ ਚਰਚਾ ਚੱਲ ਰਹੀ ਸੀ ਕਿ ਇਹ ਐਜੀਟੇਸ਼ਨ ਹੈ ਕੀ। ਕੁਛ ਲੋਕ ਇਹਨੂੰ ਫਰੀਡਮ ਕਨਵਾਈ ਕਹਿ ਰਹੇ ਸੀ, ਕੁਛ ਲੋਕ ਇਹਨੂੰ ਟਰੱਕਾਂ ਵਾਲਿਆਂ ਦੀ ਐਜੀਟੇਸ਼ਨ ਕਹਿ ਰਹੇ ਸੀ ਕਿ ਉਹਨਾਂ ਨੂੰ ਜੋ ਡਿਫੀਕਲਟੀਜ਼ ਨੇ ਬਾਰਡਰ ਕ੍ਰੋਸਿੰਗ ਦੇ ਵਿੱਚ, ਖਾਸ ਕਰਕੇ ਕੋਵਿਡ ਨੂੰ ਲੈ ਕੇ, ਉਹਨੂੰ ਲੈ ਕੇ ਐਜੀਟੇਸ਼ਨ ਆ। ਕੁਝ ਲੋਕ ਇਸ ਐਜੀਟੇਸ਼ਨ ਦੇ ਕੁਝ ਮੀਨਿੰਗ ਹੋਰ ਕੱਢ ਰਹੇ ਸੀ ਕਿ ਜਿਹੜੇ ਐਕਸਟ੍ਰੀਮ ਰਾਈਟ ਗਰੁੱਪ ਨੇ ਉਹਨਾਂ ਵੱਲੋਂ ਚਲਾਈ ਹੋਈ ਇਹ ਮੁਹਿੰਮ ਹੈ। ਜਿਵੇਂ ਆਪਾਂ ਇੰਡੀਆ ਦੀ ਅੰਨਾ ਹਜ਼ਾਰੇ ਮੂਵਮੈਂਟ ਬਾਰੇ ਜਾਣਦੇ ਹਾਂ ਕਿ ਬਾਅਦ ਵਿੱਚ ਪਤਾ ਚੱਲਦਾ ਕਿ ਇਹਦੇ ਮਤਲਬ ਕੁਝ ਹੋਰ ਹੁੰਦੇ ਆ ਅਤੇ ਕੁਝ ਮਤਲਬ ਟਾਰਗੇਟ ਕੁਝ ਹੋਰ ਹੁੰਦੇ ਆ, ਗੋਲ ਕੁਝ ਹੋਰ ਹੁੰਦੇ ਆ ਅਤੇ ਦਿਖਾਇਆ ਕੁਝ ਹੋਰ ਜਾਂਦਾ। ਇਸ ਤਰ੍ਹਾਂ ਦੀ ਇਹ ਮੂਵਮੈਂਟ ਸੀਗੀ। ਉਹ ਮੂਵਮੈਂਟ ਜਿਹੜੀ ਆ ਉਹਦੇ ਲਈ ਇੱਕ ਸਰਕਾਰ ਵਾਸਤੇ ਵੱਡੀ ਮੁਸ਼ਕਿਲ ਖੜੀ ਬਣੀ ਸੀ ਪਿਛਲੇ ਕੁਝ ਸਮੇਂ ਤੋਂ ਕਿ ਕਿਸ ਤਰੀਕੇ ਨਾਲ ਇਸ ਮੂਵਮੈਂਟ ਨੂੰ ਕਾਬੂ ਕੀਤਾ ਜਾਵੇ। ਇੱਕ ਪਾਸੇ ਜੋ ਬਾਈਡਨ ਹੈਰੀ ਕਹਿ ਰਹੇ ਸੀਗੇ ਕਿ ਕੈਨੇਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਅਤੇ ਇਹਨਾਂ ਨੂੰ ਉਠਾਉਣ। ਦੂਜੇ ਪਾਸੇ ਖਾਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਲੋਕ ਆ ਉਹ ਲਗਭਗ ਬਲੌਕ ਹੋ ਗਿਆ ਸੀ। ਜਿੱਦਾਂ ਅੰਬੈਸਟਰ ਬ੍ਰਿਜ ਵਗੈਰਾ ਸੀਗਾ, ਕੁਛ ਦਿਨ ਬਲੌਕ ਵੀ ਰਿਹਾ ਔਰ ਲੰਬੀਆਂ ਕਤਾਰਾਂ ਲੱਗਦੀਆਂ ਰਹੀਆਂ। ਲੋਕ ਕਾਫੀ ਪਰੇਸ਼ਾਨ ਰਹੇ। ਆਟਵਾ ਦੇ ਲੋਕ ਕਾਫੀ ਪਰੇਸ਼ਾਨ ਸੀ ਕਿ ਲਗਾਤਾਰ ਉੱਥੇ ਸਲੋਗਨ ਚੱਲਦੇ ਸੀ, ਹਾਰਨ ਵੱਜਦੇ ਸੀਗੇ ਅਤੇ ਮੇਅਰ ਸਾਹਿਬ ਨੇ ਉੱਥੋਂ ਵਾਲਿਆਂ ਨੇ ਪਹਿਲਾਂ ਐਮਰਜੈਂਸੀ ਡਿਕਲੇਅਰ ਕੀਤੀ, ਫਿਰ ਟਰੂਡੋ ਸਾਹਿਬ ਨੇ ਕੋਈ ਸਟੈਪ ਲਏ ਔਰ ਆਖਰਕਾਰ ਹੁਣ ਮੂਵਮੈਂਟ ਜਿਹੜੀ ਆ ਉੱਥੇ ਟਰੱਕ ਵਗੈਰਾ ਮੂਵ ਕਰ ਦਿੱਤੇ ਗਏ। ਬਾਕੀ ਗੱਲਾਂ ਆਪਾਂ ਹਰਿੰਦਰ ਨਾਲ ਕੋਲ ਜਾਣਾਂਗੇ ਕਿ ਇਹ ਸਾਰਾ ਕੁਝ ਜਿਹੜਾ ਵਰਤਾਰਾ ਆ ਇਹ ਕੀ ਆ ਅਤੇ ਕਿਉਂ ਹੋ ਰਿਹਾ। ਸੋ ਹੁੰਦਲ ਸਾਹਿਬ, ਮੈਂ ਥੋੜ੍ਹੀ ਜਿਹੀ ਭੂਮਿਕਾ 'ਚ ਦੱਸ ਹੀ ਦਿੱਤਾ ਕਿ ਦੁਨੀਆ ਦੇਖ ਰਹੀ ਸੀਗੀ ਕੈਨੇਡਾ ਇੱਕ ਸ਼ਾਂਤੀ ਵਾਲਾ ਮੁਲਕ ਕਿਹਾ ਜਾਂਦਾ ਅਤੇ ਇੱਥੇ ਇੱਦਾਂ ਦੀਆਂ ਐਜੀਟੇਸ਼ਨ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਕਦੀ ਕਦੀ ਆਪਣੀਆਂ ਮੰਗਾਂ ਉਸ ਤਰ੍ਹਾਂ ਦੀਆਂ ਲੈ ਕੇ, ਜਿੱਦਾਂ ਅਸੀਂ ਬਰੈਂਪਟਨ ਵਾਲੇ ਹੌਸਪੀਟਲ ਦੀ ਮੰਗ ਨੂੰ ਲੈ ਕੇ, ਜਿਹੜੇ ਆ ਪਬਲਿਕ ਸਕੂਲ ਆ ਉਹਨਾਂ ਨੂੰ ਲੈ ਕੇ ਉੱਥੇ ਨਿੱਕੀਆਂ ਨਿੱਕੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਪਰ ਜਿਸ ਤਰ੍ਹਾਂ ਦੀ ਐਜੀਟੇਸ਼ਨ ਚੱਲੀ, ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਇਹ ਐਜੀਟੇਸ਼ਨ ਤੁਹਾਡੀ ਨਜ਼ਰ 'ਚ ਐਜੀਟੇਸ਼ਨ ਕੀ ਸੀਗੀ? ਹਰਜੀਤ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਅਸਲ 'ਚ ਜਿਹੜਾ ਕੋਵਿਡ ਦਾ ਕ੍ਰਾਈਸਿਸ ਜਿਹੜਾ ਸ਼ੁਰੂ ਹੋਇਆ ਸਮੁੱਚੀ ਦੁਨੀਆ ਦੇ ਵਿੱਚ, ਕੈਨੇਡਾ ਵੀ ਉਹਦੇ ਤੋਂ ਬਹੁਤ ਪ੍ਰਭਾਵਿਤ ਹੋਇਆ ਔਰ ਇਸ ਕੋਵਿਡ ਨੂੰ ਕਾਬੂ 'ਚ ਕਰਨ ਲਈ ਜਿਹੜੇ ਮੈਜਰਸ ਲਏ ਗੌਰਮੈਂਟ ਨੇ, ਉਹ ਭਾਵੇਂ ਫੈਡਰਲ ਨੇ ਜਾਂ ਪ੍ਰੋਵਿੰਸ਼ੀਅਲ ਗੌਰਮੈਂਟਸ ਨੇ, ਜਿੰਨੇ ਵੀ ਮੈਜਰਸ ਲਏ, ਉਹਦੇ 'ਚ ਜਿੰਨੀ ਕੋਈ ਫਾਈਨੈਂਸ਼ੀਅਲ ਏਡ ਹੋਈ ਆ ਜਾਂ ਜਿੰਨੇ ਵੀ ਟਰਾਂਸਫਰ ਆਫ ਮਨੀ ਕੈਪੀਟਲ ਹੋਈ, ਉਹ ਬਿਗ ਬਿਜ਼ਨਸ ਨੂੰ ਹੋਈ। ਉਹਦੇ 'ਚੋਂ ਵੱਡੇ ਜਿਹੜੇ ਅਮੀਰ ਲੋਕ ਸੀ ਉਹਨਾਂ ਨੂੰ ਇਹਦੇ 'ਚ ਬਹੁਤ ਫਾਇਦਾ ਹੋਇਆ। ਜਿਹੜੀ ਵਰਕਿੰਗ ਕਲਾਸ ਆ ਉਹਨੇ ਬੜਾ ਸਫ਼ਰ ਕੀਤਾ, ਮੈਂਟਲੀ ਵੀ, ਇਕਨੋਮਿਕਲੀ, ਫਾਈਨੈਂਸ਼ੀਅਲੀ, ਸੋਸ਼ਲੀ ਆਈਸੋਲੇਸ਼ਨ ਬੜੀ ਸਹੀ। ਔਰ ਉਹਨਾਂ 'ਚ ਬੜਾ ਗੁੱਸਾ ਰਿਹਾ ਸਰਕਾਰ ਦੀਆਂ ਜਿਹੜੀਆਂ ਉਹਨਾਂ ਨੇ ਨੀਤੀਆਂ ਇਹਨੂੰ ਕੰਟਰੋਲ ਕਰਨ 'ਚ ਲਈਆਂ। ਉਹਦੇ 'ਚ ਜਿਹੜੇ ਮੈਜਰਸ ਲਏ ਕਿ ਕੋਵਿਡ ਨੂੰ ਕੰਟਰੋਲ ਕਰਨ 'ਚ ਫੈਡਰਲ ਜਾਂ ਜਿਹੜੇ ਪ੍ਰੋਵਿੰਸ਼ੀਅਲ ਮੈਜਰ ਸੀਗੇ ਉਹਦੇ ਤੋਂ ਵੀ। ਪਰ ਇਹਦੇ 'ਚ ਇੱਦਾਂ ਹੋਇਆ ਕਿ ਉਹ ਜਿਹੜੀ ਫਰਸਟ੍ਰੇਸ਼ਨ ਸੀਗੀ, ਕਿਉਂਕਿ ਕੋਵਿਡ ਤੋਂ ਪਹਿਲਾਂ ਵੀ ਤਾਂ ਲੋਕਾਂ ਦੀ ਆਰਥਿਕ ਹਾਲਤ ਬੜੀ ਤੰਗੀ ਵਾਲੀ ਸੀ, ਵੇਜਸ ਵਧੀਆਂ ਨਹੀਂ, ਲੋਕਾਂ ਸਿਰ ਡੈਟ ਬਹੁਤ ਆ, ਅਫੋਰਡੇਬਿਲਟੀ ਖਤਮ ਹੋਈ ਆ, ਤੋ ਆਰਥਿਕ ਸੰਕਟ ਦਾ ਲੋਕ ਸ਼ਿਕਾਰ ਆ, ਪਾੜਾ ਬਹੁਤ ਵੱਧ ਗਿਆ। ਤੋ ਉਹਦਾ ਜਿਹੜਾ ਗੁੱਸਾ ਇਸ ਕੋਵਿਡ 'ਚ ਲੋਕੀ ਹੋਰ ਪਿਸੇ ਔਰ ਉਹਨਾਂ ਨੂੰ ਜਿਹੜੀ ਤੰਗੀ ਆਈ। ਤੋ ਇਸ ਵਰਤਾਰੇ 'ਚ ਜਿਹੜਾ ਆਇਆ ਮੈਂਡੇਟ ਕਿ ਵੈਕਸੀਨ ਮੈਂਡੇਟ, ਜਦੋਂ ਸਰਕਾਰ ਨੇ ਲਾਇਆ ਕਿ ਜਿਹੜੇ US ਨੂੰ ਲੋਕ ਜਾਣਗੇ, ਉਹਦੇ 'ਤੇ ਜਿਹੜਾ ਲਾਇਆ ਔਰ US ਨੇ ਤਾਂ ਪਹਿਲਾਂ ਲਾਇਆ ਸੀ, ਉਹਦੇ ਪ੍ਰਤੀਰੋਧ 'ਚੋਂ ਕੁਛ ਜਿਹੜੇ ਐਕਸਟ੍ਰੀਮ ਰਾਈਟ ਵਿੰਗ ਗਰੁੱਪਸ ਆ ਉਹਨਾਂ ਨੇ ਇਹ ਕਿਹਾ ਜੀ ਇਹ ਜਿਹੜਾ US ਨੂੰ ਵੈਕਸੀਨ ਮੈਂਡੇਟ ਲਾਇਆ ਸੀ ਇਹਦਾ ਵਿਰੋਧ ਕਰਦੇ। ਔਰ ਇਹਦੇ ਪਿੱਛੇ ਜਿਹੜੀ ਸਮੁੱਚੀ ਮੋਬਿਲਿਟੀ ਹੋਈ ਆ ਇਸ ਫਰੀਡਮ ਕਨਵੋਏ ਦੇ ਪਿੱਛੇ, ਉਹ ਇਸ਼ੂ 'ਤੇ ਬਣਾਇਆ ਗਿਆ ਵਾ ਕਿ ਵੈਕਸੀਨ ਮੈਂਡੇਟ ਆ।
ਬੇਸਿਕਲੀ ਇਹ ਵੈਕਸੀਨ ਮੈਂਡੇਟ ਤੋਂ ਜ਼ਿਆਦਾ ਵੱਡਾ ਪੋਲੀਟੀਕਲ ਇਸ਼ੂ ਆ ਕਿ ਜਿਹੜੀ ਸਮੁੱਚੀ ਐਕਸਟ੍ਰੀਮ ਰਾਈਟ ਵਿੰਗ ਆ ਉਹ ਵਰਕਿੰਗ ਕਲਾਸ ਦੇ ਉਸ ਗੁੱਸੇ ਨੂੰ ਆਪਣੇ ਹਿੱਤ 'ਚ ਵਰਤਣ ਦੀ ਕੋਸ਼ਿਸ਼ ਕਰ ਰਹੀ ਆ। ਇਹ ਪਹਿਲੀ ਵਾਰੀ ਹੋਇਆ ਹੈ ਬਹੁਤ ਲੰਮੇ ਸਮੇਂ ਬਾਅਦ, ਜੇ ਕਹੀ 1930 ਤੋਂ ਬਾਅਦ, ਕਿ ਜਿਹੜੇ ਇੰਨੇ ਐਕਸਟ੍ਰੀਮ ਰਾਈਟ ਵਿੰਗ ਗਰੁੱਪਸ ਆ ਉਹਨਾਂ ਨੇ ਇਸ ਰੂਪ 'ਚ ਮੋਬਿਲਿਟੀ ਕੀਤੀ ਔਰ ਆਟਵਾ ਨੂੰ ਜਿਹੜਾ ਇਦਾਂ ਮੱਲ ਲਿਆ। ਤੋ ਇਹਦਾ ਉਹਨਾਂ ਨੇ ਜਿੰਨੇ ਵੀ ਲੋਕ ਸੀ, ਜਿੰਨੇ ਵੈਕਸੀਨ ਤੋਂ ਦੁਬਦਾ ਚਾ ਲੋਕ ਜਾਂ ਡਰ ਰਹੇ ਆ ਲੋਕ, ਜਾਂ ਜਿਹੜੇ ਇੱਕ ਇਹਨਾਂ ਦੇ ਫੋਲੋਅਰਸ ਆ ਉਹ ਸ਼ੁਰੂ ਤੋਂ ਵਿਰੋਧ ਕਰ ਰਹੇ ਸੀ, ਤੇ ਉਹਦੇ ਜਿਹੜਾ ਉਸ ਇਸ਼ੂ ਤੇ ਇਹਨਾਂ ਨੇ ਜਿਹੜੀ ਮੋਬਿਲਿਟੀ ਕੀਤੀ, ਤਾਂ ਇਹਦੇ ਪਿੱਛੇ ਜਿਹੜਾ ਇਹ ਆ ਸਾਰਾ ਜਿਹੜੀਆਂ ਹੇਟ ਗਰੁੱਪਸ ਆ ਕਿ ਬਹੁਤ ਐਕਸਟ੍ਰੀਮ ਰਾਈਟ ਵਿੰਗ ਆ, ਐਂਟੀ ਇਮੀਗ੍ਰੈਂਟ, ਇੰਡੀਜਨਸ ਬੜੇ, ਔਰ ਇਹਨਾਂ ਦੇ ਜੇ ਤੁਸੀਂ ਆਰਗੇਨਾਈਜ਼ਰਸ ਦੀਆਂ ਵੀ ਸਟੇਟਮੈਂਟਸ ਦੇਖੋ ਤਾਂ ਤੁਹਾਨੂੰ ਪਤਾ ਲੱਗੂ ਕਿੰਨੀਆਂ ਹੇਟ ਵਾਲੀਆਂ, ਕਿੰਨੀਆਂ ਪ੍ਰੋਵੋਕੇਟ ਵਾਲੀਆਂ। ਤੋ ਇਹ ਇਸ਼ੂ ਬੇਸਿਕਲੀ ਉਹਦੇ ਚੋਂ ਆ, ਪਰ ਬੇਸਿਕਲੀ ਇਹਦੇ ਪਿੱਛੇ ਜਿਹੜੀ ਪੋਲਿਟਿਕਸ ਇਹ ਹੈ ਜੀ। ਅੱਛਾ ਚਲੋ, ਇਹ ਤੇ ਹੁਣ ਤੁਸੀਂ ਲੋਕ ਸਮਝਦੇ ਹੋ, ਜਿਹੜੇ ਅਵੇਅਰ ਹੋ ਕਿ ਇਹਦੇ ਪਿੱਛੇ ਜਿਹੜੀ ਪੋਲਿਟਿਕਸ ਆ ਕੁਝ ਹੋਰ ਹੈ, ਦਿਖਾਵਾ ਕੁਝ ਹੋਰ ਹੈ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਇਹ ਇੰਨੀ ਜਲਦੀ, ਜਿਸ ਤਰ੍ਹਾਂ ਮਤਲਬ ਇਲੈਕਸ਼ਨ ਦੇ ਦੌਰਾਨ ਵੀ ਆਪਾਂ ਦੇਖਿਆ ਸੀ ਥੋੜਾ ਜਿਹਾ ਵਿਰੋਧ ਸੀਗਾ, ਜਿੱਥੇ ਟਰੂਡੋ ਸਾਹਿਬ ਜਾਂਦੇ ਸੀ ਇਹ ਲੋਕ ਥੋੜਾ ਜਿਹਾ ਵਿਰੋਧ ਕਰਦੇ ਸੀ, ਕੁਝ ਇੱਕ ਹਸਪੀਟਲ ਦੇ ਬਾਹਰ ਵੀ ਉਹਨਾਂ ਮੁਜ਼ਾਹਰੇ ਵਗੈਰਾ ਕੀਤੇ ਸੀ, ਪਰ ਜਿਹੜੀ ਮੋਬਿਲਾਈਜੇਸ਼ਨ ਹੋਈ ਹੈ ਇੰਨੀ ਵੱਡੀ ਪੱਧਰ ਤੇ, ਇਹਦੇ ਪਿੱਛੇ ਮਤਲਬ ਕੋਈ ਮਤਲਬ ਅਨਰੈਸਟ ਸੋਸਾਇਟੀ ਦੀ ਕੁਝ ਹੋਰ ਵੀ ਆ ਕਿ ਇੱਕ ਤਾਂ ਜਿਹੜੀ ਮਹਿੰਗਾਈ ਆ, ਇਨਫਲੇਸ਼ਨ ਆ, ਤੁਸੀਂ ਜਿੱਦਾਂ ਦੱਸਿਆ ਕਿ ਜਿਹੜੀਆਂ ਗਵਰਨਮੈਂਟ ਨੇ ਇੱਕ ਤਾਂ ਜਿਹੜੀਆਂ ਏਡ ਦਿੱਤੀਆਂ ਡਿਊਰਿੰਗ ਕੋਵਿਡ, ਉਹ ਵੱਡੀ ਇੰਡਸਟਰੀ ਨੂੰ ਉਹਦਾ ਫਾਇਦਾ ਹੋਇਆ, ਉਹਨਾਂ ਨੇ ਤੇ $1 ਬਿਲੀਅਨ ਬਣਾ ਲਏ ਕੁਝ ਗਵਰਨਮੈਂਟ ਦੀ ਫੰਡਿੰਗ ਨਾਲ, ਕੁਝ ਉਹਨਾਂ ਨੇ ਮਤਲਬ ਉਹਨਾਂ ਦਾ ਵਪਾਰ ਚੱਲਦਾ ਰਿਹਾ ਕਿਸੇ ਨਾ ਕਿਸੇ ਰੂਪ 'ਚ। ਜੇ ਅਦਾਰੇ ਨਹੀਂ ਖੁੱਲ੍ਹੇ ਤੇ ਉਹ ਆਨਲਾਈਨ ਕੰਮ ਚੱਲ ਗਿਆ, ਮਾਰਕੀਟ ਦਾ ਕੰਮ ਲਗਭਗ ਬੰਦ ਸੀ, ਸਮਾਲ ਬਿਜ਼ਨਸ ਬੰਦ ਸੀ। ਕਿ ਸੁਸਾਇਟੀ 'ਚ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ, ਜਿੱਦਾਂ ਤੁਸੀਂ ਕਿਹਾ ਕਿ ਗੁੱਸਾ ਹੈ, ਉਹਨੂੰ ਵਰਤਣ ਲਈ ਉਹਨਾਂ ਨੇ ਇੱਕ ਦਾ ਇਹ ਬਹਾਨਾ ਬਣਾ ਲਿਆ। ਇਹ ਕਿਸ ਤਰ੍ਹਾਂ ਦਾ ਗੁੱਸਾ ਸੁਸਾਇਟੀ 'ਚ ਤੁਸੀਂ ਦੇਖ ਰਹੇ ਹੋ? ਕਿ ਇਹ ਸਟੇਟ ਪ੍ਰਤੀ ਗੁੱਸਾ ਹੈ, ਕਾਰਪੋਰੇਟ ਪ੍ਰਤੀ ਗੁੱਸਾ ਆ, ਜਾਂ ਇਹ ਗੁੱਸਾ ਜਿਹੜਾ ਸਾਡਾ ਮੌਜੂਦਾ ਸਿਸਟਮ ਹੈ, ਪੋਲੀਟੀਕਲ ਢਾਂਚਾ, ਉਹਦੇ ਪ੍ਰਤੀ ਗੁੱਸਾ ਹੈ? ਅਸਲ 'ਚ ਇਹ ਜਿਹੜੇ ਜਿੰਨੇ ਵੀ ਇਹ ਇਨੀਸ਼ੀਏਟਿਵ ਕਿਉਂ ਹੋਇਆ, ਇਹਦੇ 'ਚ ਆਪਾਂ ਬੈਕ ਤੇ ਜਾਈਏ ਤੇ ਜਿਹੜੀਆਂ ਬਹੁਤ ਸਾਰੇ ਜਿਹੜੇ ਗਰੁੱਪਸ ਆ, ਆਰਗੇਨਾਈਜ਼ਿੰਗ ਗਰੁੱਪਸ ਆ, ਹਾਂਜੀ, ਉਹ ਬੜੇ ਐਕਟਿਵ ਆ ਉਹਨਾਂ ਦੇ ਵਿੱਚ। ਜਿੰਨੇ ਵੀ ਜੇ ਅਸੀਂ ਆਪਣੇ ਇਹਨਾਂ ਦੇ ਆਰਗੇਨਾਈਜ਼ਰਸ ਦੀ ਗੱਲ ਕਰਦੇ ਆ, ਜਾਂ ਜਿਹੜੀ ਸਾਡੀ ਪੀਪਲਸ ਪਾਰਟੀ ਆਫ ਕੈਨੇਡਾ ਵਾ, ਉਹਦੇ ਜਿਹੜੇ ਬੰਦੇ ਆ, ਜਾਂ ਜਿਹੜੇ ਹੋਰ ਗਰੁੱਪਸ ਵਾ, ਹੇਟ ਗਰੁੱਪਸ ਵਾ, ਐਕਸਟ੍ਰੀਮ ਰਾਈਟ ਵਿੰਗ ਆ, ਉਹ ਇੱਕ ਉਹਨਾਂ ਦੀ ਮੋਬਿਲਿਟੀ ਹੈ ਇਹਦੇ ਪਿੱਛੇ। ਇਹ ਇਦਾਂ ਨਹੀਂ ਕਿ ਇੱਕਦਮ ਹੀ ਉਭਾਰ ਆ ਗਿਆ ਕਿ ਲੋਕ ਉੱਠੇ। ਦੂਸਰਾ ਇਹ ਆ ਕਿ ਜੇ ਵੱਡੇ ਰੂਪ 'ਚ ਵੇਖਿਆ ਜਾਵੇ ਤੇ ਕੋਈ ਬਹੁਤ ਵੱਡੀ ਗਿਣਤੀ 'ਚ ਲੋਕ ਨਹੀਂ ਸੀ। ਜੇ ਤੁਸੀਂ ਵਿੰਡਸਰ ਵੇਖੋ, ਮੈਨੂੰ ਲੱਗਦਾ 60-70-100 ਬੰਦਾ ਵੀ ਨਹੀਂ ਸੀ। ਆਟਵਾ 'ਚ ਵੀ ਪਹਿਲੇ ਦਿਨ ਲੋਕ ਕੁਛ ਆਏ, ਬਾਅਦ 'ਚੋਂ ਚਲੇ ਗਏ। ਤੋ ਇਹ ਬਹੁਤ ਕੋਈ ਜ਼ਿਆਦਾ ਵੱਡੇ ਪੱਧਰ ਤੇ ਇੰਨੇ ਲੋਕ ਨਹੀਂ ਆਏ। ਇਹਦੇ ਵਿੱਚ ਮੈਂ ਰੋਕਦਾ ਤੁਹਾਨੂੰ, ਜਿਹੜੀਆਂ ਨਿਊਜ਼ ਆ ਰਹੀਆਂ ਸੀ ਨਾ, ਨੈਸ਼ਨਲ ਜਿਹੜੇ ਚੈਨਲ ਨੇ ਸਾਡੇ ਇੱਥੋਂ ਦੇ, CBC ਵਗੈਰਾ ਤੇ, ਉਹਦੇ ਵਿੱਚ ਸ਼ੁਰੂਆਤੀ ਦੌਰ 'ਚ ਕਿਹਾ ਸੀ ਕਿ 20,000 ਦੇ ਕਰੀਬ ਟਰੱਕ ਨੇ ਤੇ 50,000 ਦੇ ਕਰੀਬ ਲੋਕ ਨੇ, ਤੇ ਆਟਵਾ ਦੇ ਮੇਅਰ ਨੇ ਇਹ ਬਿਆਨ ਦਿੱਤਾ ਸੀਗਾ ਕਿ ਸਾਨੂੰ ਸਾਡਾ ਆਟਵਾ ਵਾਪਸ ਚਾਹੀਦਾ। ਜਿਸ ਤਰੀਕੇ ਨਾਲ ਉਹਨਾਂ ਸਾਰੇ ਪਾਸਿਓਂ ਬਲੌਕ ਕਰਤਾ, ਕੁਝ ਮਿਊਜ਼ੀਅਮ 'ਚ ਜਾ ਕੇ ਵੀ ਕੁਝ ਇੱਦਾਂ ਦੇ ਕੋਈ ਹੁੱਲੜਬਾਜੀ ਕੀਤੀ, ਜਾਂ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਤੇ ਲੋਕ ਸਹਿਮੇ ਪਏ ਸੀ ਕਿ ਕੁਝ ਇੱਦਾਂ ਦਾ ਨਾ ਹੋ ਜੇ ਕਿ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨਾਲ ਟਕਰਾਅ ਹੋ ਜੇ ਕੋਈ ਫਿਜ਼ੀਕਲ ਇਹਨਾਂ ਦਾ। ਇਸ ਤਰ੍ਹਾਂ ਦੀ ਨੌਬਤ ਲੱਗਦੀ ਸੀ ਕਿਤੇ ਨਾ ਕਿਤੇ। ਔਰ ਉਸ ਤੋਂ ਬਾਅਦ ਜਿਹੜਾ ਜੋ ਬਾਈਡਨ ਦਾ ਬਿਆਨ ਆਉਣਾ, ਉਹਨੂੰ ਵੀ ਕੁਝ ਲੋਕਾਂ ਨੇ ਠੀਕ ਨਹੀਂ ਸਮਝਿਆ। ਲੋਕ ਕਹਿੰਦੇ ਕਿ ਸਾਡੇ ਮੁਲਕ ਦਾ ਮਸਲਾ ਆ, ਟਰੂਡੋ ਹੋਣੀ ਵੈਲ ਨੋਨ ਨੇ ਇਸ ਗੱਲ ਬਾਰੇ, ਉਹ ਆਪਣੇ ਆਪ ਸੰਭਾਲਣਗੇ। ਗੁਆਂਢੀ ਮੁਲਕ ਦਾ ਸਾਨੂੰ ਗਾਈਡਲਾਈਨ ਦੇਣਾ, ਜਿਹੜਾ ਭਾਵੇਂ ਉਹਦੇ ਨਾਲ ਇੰਟਰ ਰਿਲੇਟਡ ਹੀ ਗੱਲ ਸੀਗੀ, ਲੌਜਿਸਟਿਕ ਦਾ ਮਾਮਲਾ ਸੀਗਾ, ਪਰ ਕਿਤੇ ਨਾ ਕਿਤੇ ਉਹ ਅਟਪਟਾ ਲੱਗਿਆ ਲੋਕਾਂ ਨੂੰ। ਹਰਜੀਤ ਜੀ, ਜਿਵੇਂ ਹੁਣ ਖਬਰ ਛਪੀ ਸੀ ਟੋਰਾਂਟੋ ਸਟਾਰ 'ਚ, ਉਹਨਾਂ ਨੇ ਹੈਕ ਕੀਤੀ ਵੈਬਸਾਈਟ ਔਰ ਦੇਖਿਆ ਕਿ ਫੰਡਿੰਗ ਕਿੱਥੋਂ ਆਈ। ਤਾਂ ਜਿਹੜੀ ਵੱਡੀ ਫੰਡਿੰਗ ਆ, ਅੱਧ ਨਾਲੋਂ ਵੀ ਜ਼ਿਆਦਾ ਉਹ US ਤੋਂ ਆਈ ਆ। ਔਰ ਬਹੁਤ ਸਾਰੇ ਜਿਹੜੇ ਉਹਨਾਂ ਨੇ ਵੇਖਿਆ ਕਿ ਫੰਡ ਦੇਣ ਵਾਲੇ ਜਿਹੜੇ ਵੱਡੇ ਡੋਨਰਸ ਆ, ਉਹ ਟਰੰਪ ਦੀ ਕੈਂਪੇਨ ਨੂੰ ਵੀ ਫੰਡ ਕਰਦੇ ਰਹੇ। ਤਾਂ US ਦੀਆਂ ਜਿਹੜੀਆਂ ਰਾਈਟ ਵਿੰਗ ਫੋਰਸਸ ਆ ਟਰੰਪ ਦੇ ਲਾਗੇ, ਜਾਂ ਜਿਹੜੀਆਂ ਹੋਰ ਟੀ ਪਾਰਟੀ ਵਾਲੇ ਲੋਕ ਆ, ਉਹਨਾਂ ਬਹੁਤ ਇਹਨੂੰ ਫੰਡ ਕੀਤਾ ਔਰ ਇਹਨੂੰ ਸਪੋਰਟ ਕੀਤਾ। ਕੈਨੇਡਾ ਦੂਸਰੇ ਨੰਬਰ ਤੇ, UK ਤੋਂ ਤੁਸੀਂ ਦੇਖੋ, UK ਤੋਂ ਕੁਝ ਜਿਹੜੇ ਰਾਈਟ ਵਿੰਗ ਗਰੁੱਪਸ ਆ, ਉਹ ਤੀਸਰੇ ਨੰਬਰ ਤੇ ਫੰਡਿੰਗ ਚਾਹੁੰਦੇ ਆ। ਤਾਂ ਇਹ ਨਾ ਸਮਝਿਆ ਜਾਵੇ ਵੀ ਇਹ ਕੋਈ ਕੈਨੇਡਾ ਦੇ ਲੋਕ ਜਿਹੜੇ ਇੱਦਾਂ ਵਾ। ਇਹਦੀ ਫੰਡਿੰਗ ਦੀਆਂ ਜਿਹੜੀਆਂ ਰੂਟਸ ਆ, ਉਹ ਜਾ ਕੇ ਬਹੁਤ ਐਕਸਟ੍ਰੀਮ ਰਾਈਟ ਵਿੰਗ ਜਿਹੜੇ ਗਰੁੱਪਸ ਵਾ ਉਹਨਾਂ ਦੇ ਨਾਲ ਜੁੜਦੀਆਂ। ਦੂਸਰਾ ਇਹ ਆ ਕਿ ਗਿਣਤੀ ਕੁਛ ਮੀਡੀਆ ਨੇ, ਕੁਛ ਜਿਵੇਂ ਆਪਾਂ ਦੱਸਿਆ ਕਿ ਲੋਕਾਂ 'ਚ ਗੁੱਸਾ ਸੀ, ਕੁਛ ਇਹਨਾਂ ਨੇ ਪ੍ਰਚਾਰ ਵੀ ਕੀਤਾ। ਤਾਂ ਆਰੰਭਕ ਜਿਹੜੇ ਕੁਝ 1-2 ਦਿਨ ਸੀ, ਉਦੋਂ ਤੇ ਆਟਵਾ 'ਚ ਵੀ ਕਾਫੀ ਸੀ, ਪਰ ਕੁਝ ਲੋਕ ਆਪਣਾ ਗੁੱਸਾ ਪ੍ਰਗਟਾ ਕਰਕੇ ਚਲੇ ਗਏ।
ਪਰ ਜਿਵੇਂ ਅਸੀਂ ਵੇਖਿਆ ਵਾ ਕਿ ਇਹ ਮੂਵਮੈਂਟ ਇਹਦਾ ਨਾ ਟਰੱਕਿੰਗ ਦੇ ਇਸ਼ੂ ਨਾਲ ਕੋਈ ਲੈਣ ਦੇਣ ਸੀ, ਨਾ ਵਰਕਿੰਗ ਕਲਾਸ ਦੇ ਇਸ਼ੂਜ਼ ਨਾਲ ਆ। ਤੁਸੀਂ ਦੇਖੋ ਇਹਨਾਂ ਕੋਵਿਡ 'ਚ ਜਿੰਨੇ ਵੀ ਕੋਈ ਲੋਕਾਂ ਦੇ ਇਸ਼ੂਜ਼ ਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਤੋ ਇੱਕ ਵੈਕਸੀਨ ਨੂੰ ਮੈਂਡੇਟ ਬਣਾ ਕੇ ਤੁਸੀਂ ਇਹਨਾਂ ਦਾ ਜਿਹੜਾ ਪੈਟ ਕਿੰਗ ਆਰਗੇਨਾਈਜ਼ਰ ਆ, ਜੇ ਉਹਦੀਆਂ YouTube ਤੇ ਵੀਡੀਓਜ਼ ਦੇਖੋ ਤੁਸੀਂ ਦੇਖੋਗੇ ਉਹ ਕਿੰਨੀਆਂ ਜਿਹੜੀਆਂ ਨਫ਼ਰਤ ਭਰੀਆਂ, ਕਿੰਨੀਆਂ ਪ੍ਰੋਵੋਕੇਟਿਵ ਆ। ਉਹਦੇ 'ਚ ਕਿਤੇ ਵੀ ਇਦਾਂ ਦੀ ਗੱਲ ਨਹੀਂ ਆਉਂਦੀ ਕਿ ਕੋਈ ਕਿਸੇ ਤਰ੍ਹਾਂ ਦਾ ਲੋਕਾਂ ਦਾ ਕੋਈ ਇਸ਼ੂ ਉਠਾ ਰਹੇ। ਇੱਕ ਵੀ ਇਸ਼ੂ ਮਿਨੀਮਮ ਵੇਜ ਦਾ, ਸਾਡੀਆਂ ਹੈਲਥ ਸਰਵਿਸਿਜ਼ ਦਾ, ਸਾਡੀ ਸ਼ਾਰਟੇਜ ਆਫ ਸਟਾਫ ਆ, ਹੈਲਥ ਸੈਕਟਰ 'ਚ ਫੰਡਿੰਗ ਦੀ ਬੜੀ ਘਾਟ ਆ। ਕੈਨੇਡਾ OECD ਕੰਟਰੀਆਂ 'ਚੋਂ ਸਭ ਤੋਂ ਘੱਟ ਪਰ ਕੈਪੀਟਾ ਫੰਡਿੰਗ 'ਚ ਆ, ਸਭ ਤੋਂ ਘੱਟ ਇਹਦੇ ਕੋਲ ਬੈੱਡ ਵਾ। ICU ਬੈੱਡ ਕੈਨੇਡਾ 'ਚ OECD ਕੰਟਰੀਆਂ ਸਭ ਤੋਂ ਘੱਟ ਆ। ਤੇ ਵਰਕਿੰਗ ਕਲਾਸ ਦਾ, ਟਰੱਕਿੰਗ ਇੰਡਸਟਰੀ ਦਾ ਕੋਈ ਇਸ਼ੂ ਨਹੀਂ ਉਹਦੇ 'ਚ ਹੈਗਾ। ਤੋਂ ਇੱਥੋਂ ਇਹ ਪਤਾ ਲੱਗਦਾ ਕਿ ਇਹ ਜਿਹੜੀ ਮੂਵਮੈਂਟ ਆ ਇਹਦਾ ਇਹ ਸੋ ਕਾਲਡ ਟਰੱਕਰਸ ਦੇ ਨਾਲ ਕੋਈ ਲੈਣ ਦੇਣ ਨਹੀਂ। ਟਰੱਕਰਸ ਤੇ ਸਗੋਂ 90% ਦੇ ਨੇੜੇ ਵੈਕਸੀਨੇਟਡ ਆ। ਤੋਂ ਇਹ ਫਿਕਰ ਵਾਲੀ ਗੱਲ ਵਾ ਕਿ ਇਹ ਜਿਹੜਾ ਬਾਹਰ 1930 ਤੋਂ ਬਾਅਦ ਇਦਾਂ ਹੋਇਆ, ਇਹਦੇ 'ਚ ਬਹੁਤ ਸਾਰੇ ਲੋਕਾਂ 'ਚ ਕਨਫਿਊਜ਼ਨ ਵੀ ਆ ਵੀ ਇਹ ਖਰੇ ਵੈਕਸੀਨ। ਦੇਖੋ ਵੈਕਸੀਨ ਦਾ ਜਿਹੜਾ ਇਸ਼ੂ ਆ, ਸਰਕਾਰ ਕਿਉਂਕਿ ਸਾਡੇ ਇੱਥੇ ਕੰਟਰੀ 'ਚ ਬਹੁਤ ਸਾਰੇ ਲੋਕਾਂ ਕੋਲ ਡਾਕਟਰ ਹੈ ਨਹੀਂ, ਤਾਂ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ, ਜਾਂ ਤੇ ਕੋਈ ਉਹਨਾਂ ਦਾ ਇੱਕ ਪੱਕਾ ਇਦਾਂ ਦਾ ਹੈਲਥ ਫਿਜ਼ੀਸ਼ੀਅਨ, ਫੈਮਿਲੀ ਫਿਜ਼ੀਸ਼ੀਅਨ ਹੋਵੇ, ਉਹ ਉਹਨਾਂ ਨੂੰ ਕਨਵਿੰਸ ਕਰੇ। ਦੂਸਰਾ ਲੋਕਾਂ ਨੂੰ ਕਿਉਂਕਿ ਬਿਗ ਫਾਰਮਾ ਕੰਟਰੋਲ ਕਰਦਾ ਮੈਡੀਸਿਨਸ ਤੇ, ਤਾਂ ਲੋਕਾਂ ਨੂੰ ਉਹਨਾਂ ਤੇ ਵੀ ਯਕੀਨ ਹੈ ਨਹੀਂ। ਇਹ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਪਬਲਿਕ ਫਾਰਮਾ ਕੇਅਰ ਆ, ਦਵਾਈਆਂ ਦਾ ਜਿੰਨਾ ਖੇਤਰ ਆ, ਜੇ ਇਹਦੇ 'ਚ ਦਖਲ ਦੇ ਕੇ ਇਹਨੂੰ ਆਪਣੇ ਅਧਿਕਾਰ 'ਚ ਲੈ ਕੇ ਲੋਕਾਂ ਨੂੰ ਐਜੂਕੇਟ ਕਰੇ, ਤਾਂ ਮੇਰੇ ਖਿਆਲ 'ਚ ਆ ਕਿ ਲੋਕ ਜਿਹੜੇ ਇਦਾਂ ਦਾ ਜਿਹੜਾ ਡਰ ਆ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਨਿਕਲ ਜੂ। ਪਰ ਇਹਨੂੰ ਆਧਾਰ ਬਣਾ ਕੇ ਜਿਸ ਤਰ੍ਹਾਂ ਦੀ ਰਾਜਨੀਤੀ ਦਾ ਉਭਾਰ ਹੋ ਰਿਹਾ ਇਹਦੇ 'ਚੋਂ, ਇਹ ਆਉਣ ਵਾਲੇ ਸਮੇਂ 'ਚ ਕੈਨੇਡਾ ਲਈ, ਕੈਨੇਡਾ ਦੇ ਮਿਹਨਤਕਸ਼ ਲੋਕਾਂ ਲਈ, ਇਮੀਗ੍ਰੈਂਟਸ ਲੋਕਾਂ ਲਈ, ਇੰਡੀਜਨਸ ਲੋਕਾਂ ਲਈ ਇਹ ਖਤਰਨਾਕ ਆ। ਇਹ ਕੋਈ ਖਤਰਾ ਇਦਾਂ ਨਹੀਂ ਕਿ ਅਸੀਂ ਉੱਦਾਂ ਕਿਸੇ ਨੂੰ ਗੱਲ ਕਹਿ ਰਹੇ। ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਦੀ ਜੋ ਬੈਕਗਰਾਉਂਡ ਆ, ਉਹਨਾਂ ਦੇ ਜਿਹੜੇ ਕਨੈਕਸ਼ਨਸ ਜੁੜਦੇ, ਉਹਨਾਂ ਸਾਰੀਆਂ ਉਹਨਾਂ ਆਰਗੇਨਾਈਜੇਸ਼ਨਸ ਨਾਲ ਮਿਲਦੇ ਆ ਕਿ ਜਿਹੜੇ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਆ। ਬਿਲਕੁਲ। ਅੱਛਾ, ਖਾਸ ਕਰਕੇ ਹੁੰਦਲ ਸਾਹਿਬ, ਆਪਾਂ ਜਦੋਂ ਗੱਲ ਕਰਦੇ ਹਾਂ ਕਿ ਗੌਰਮੈਂਟ ਜਿਹੜੀ ਆ ਉਹ ਜਿਹੜੀਆਂ ਕੰਪਨੀਆਂ ਨੇ, ਫਾਰਮਾਸਿਊਟੀਕਲ ਕੰਪਨੀਆਂ, ਇਹਨਾਂ 'ਤੇ ਕੰਟਰੋਲ ਕਰੇ ਜਾਂ ਕਰੇ, ਫਿਰ ਸਾਨੂੰ ਕਦੀ ਕਦੀ ਐਂ ਲੱਗਦਾ ਕਿ ਇਹ ਲੈਫਟ ਦੀ ਵਿਚਾਰਧਾਰਾ ਤੋਂ ਨਿਕਲੀ ਹੋਈ ਗੱਲ ਆ ਕਿ ਸਾਰਾ ਕੁਝ ਜਿਹੜਾ ਉਹ ਪਬਲਿਕ ਸੈਕਟਰ 'ਚ ਹੀ ਹੋਵੇ ਅਤੇ ਲੋਕਾਂ ਨੂੰ ਜ਼ਿਆਦਾ ਸੁਵਿਧਾ ਮਿਲ ਸਕਦੀ ਆ। ਪਰ ਕਿਉਂਕਿ ਹੁਣ ਦੁਨੀਆ ਪੂਰੀ ਦੀ ਪੂਰੀ ਜਿਹੜੀ ਆ ਉਹ ਸਰਮਾਏਦਾਰੀ ਢਾਂਚੇ ਦੀ ਗ੍ਰਿਫਤ 'ਚ ਆ, ਅਤੇ ਆਪਾਂ ਕਿਸੇ ਇਕੱਲੇ ਕਾਰੇ ਮੁਲਕ ਦਾ ਉਹ ਤੋਂ ਬਾਹਰ ਰਹਿ ਕੇ ਇਸ ਤਰ੍ਹਾਂ ਦੀ ਇਨਕਲਾਬੀ ਤਬਦੀਲੀਆਂ ਵੱਲ ਜੇ ਆਪਾਂ ਉਮੀਦ ਰੱਖੀਏ ਤੇ ਉਹ ਵੀ ਤਾਂ ਸੰਭਵ ਨਹੀਂ ਲੱਗਦਾ ਨਾ ਕਿਤੇ ਨਾ ਕਿਤੇ। ਹਰਜੀਤ ਜੀ, ਪਰ ਇਹ ਇਦਾਂ ਨਹੀਂ ਕਿ ਇਹ ਗੱਲ ਕਿਸੇ ਇੱਕ ਖਿੱਤੇ 'ਚ ਉੱਠ ਰਹੀ ਆ ਤੇ ਸਾਰੀ ਦੁਨੀਆ ਕੈਪੀਟਲਿਜ਼ਮ ਦੇ ਹੱਕ 'ਚ ਆ। ਤੁਸੀਂ ਦੁਨੀਆ ਦੇ ਹਰ ਮੁਲਕ 'ਚ ਹੀ ਦੇਖੋ ਲੋਕ ਪਿਸ ਰਹੇ ਆ। ਔਰ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਜਿਹੜਾ ਕੈਪੀਟਲਿਸਟ ਮਾਡਲ ਆ ਉਹਨੇ ਕੋਈ ਵਿਕਾਸ ਕੀਤਾ ਨਹੀਂ ਤੁਸੀਂ ਦੁਨੀਆ ਦਾ। ਜੇ ਅਸੀਂ ਜਿਹੜੇ ਸੋਵੀਅਤ ਯੂਨੀਅਨ ਨੂੰ ਗਣਰਾਜ ਟੁੱਟ ਕੇ ਕੈਪੀਟਲਿਸਟ ਪਾਥ ਜਿੰਨਾ ਲਿਆ, ਉਹਨਾਂ 'ਚ ਐਕਸਟ੍ਰੀਮ ਪਾਵਰਟੀ ਆ। ਦੁਨੀਆ ਦੇ ਹਰ ਮੁਲਕ 'ਚ ਹੀ ਲੋਕ ਚੰਗੀਆਂ ਪਬਲਿਕ ਸੇਵਾਵਾਂ ਦੀ ਮੰਗ ਕਰ ਰਹੇ। ਈਵਨ ਤੁਸੀਂ ਦੇਖੋ ਬਹੁਤ ਸਾਰੇ ਕੈਪੀਟਲਿਸਟ ਕੰਟਰੀ, ਜਰਮਨੀ, ਸਵੀਡਨ, ਡੈਨਮਾਰਕ। ਜਰਮਨੀ ਨੇ ਹੁਣੇ 2-3 ਐਸੇ ਸਟੈਪਸ ਲਏ ਆ ਜਿਹੜੇ ਹੈਰਾਨੀ ਕਰਨ ਵਾਲੇ। ਇੱਕ ਤੇ ਉਹਨਾਂ ਨੇ ਪੋਸਟ ਸੈਕੰਡਰੀ ਐਜੂਕੇਸ਼ਨ ਫ੍ਰੀ ਕਰ ਦਿੱਤੀ, ਕੈਨੇਡਾ ਨੇ ਨਹੀਂ ਕੀਤੀ। ਫਿਰ ਟ੍ਰਾਂਜ਼ਿਟ ਉਹਨੇ ਜਰਮਨੀ ਨੇ ਫ੍ਰੀ ਕੀਤੀ, ਜਿਹੜੀ ਟ੍ਰੇਨ ਦਾ ਸਫ਼ਰ ਆ। ਜਰਮਨੀ ਨੇ ਹੁਣ ਕੀ ਕੀਤਾ, ਅਫੋਰਡੇਬਲ ਹਾਊਸਿੰਗ ਕਰਨ ਲਈ 500,000 ਦੇ ਨੇੜੇ ਜਿਹੜੀਆਂ ਅਪਾਰਟਮੈਂਟ ਬਿਲਡਿੰਗ ਸੀ ਉਹਨਾਂ ਨੂੰ ਗਵਰਨਮੈਂਟ ਨੇ ਆਪਣੇ ਕਬਜ਼ੇ 'ਚ ਕਰਕੇ ਉਹਨਾਂ ਨੂੰ ਪਬਲਿਕ ਓਨਰਸ਼ਿਪ ਨੈਸ਼ਨਲਾਈਜ਼ ਕਰ ਦਿੱਤਾ। ਤਾਂ ਲੋਕਾਂ ਦਾ ਦਬਾਅ, ਲੋਕਾਂ ਦੀ ਮੰਗ ਹਰ ਥਾਂ ਜਾ ਰਹੀ, ਔਰ ਲੋਕਾਂ ਨੇ ਦੇਖ ਲਿਆ। ਤੁਸੀਂ ਦੇਖ ਲਓ, ਜੇ ਸਾਡਾ ਪਬਲਿਕ ਹੈਲਥ ਪ੍ਰਾਈਵੇਟ ਹੋ ਜੇ ਤਾਂ ਉਹ ਲੋਕੀ ਆਪ ਜਾਣ ਲੈਣਗੇ ਕਿ ਪਬਲਿਕ ਬੈਟਰ ਆ ਕਿ ਪ੍ਰਾਈਵੇਟ ਬੈਟਰ ਆ। ਜੇ ਪੋਸਟ ਵੈਸੇ ਆਲਮੋਸਟ ਪ੍ਰਾਈਵੇਟ ਹੀ ਆ ਹੁਣ ਤਾਂ, ਮਤਲਬ ਗਵਰਨਮੈਂਟ ਤੇ ਪਬਲਿਕ ਜਿਹੜੀ ਆ ਉਹ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਹੀ ਸਭ ਕੁਝ ਚੱਲ ਰਿਹਾ। ਆਪਾਂ ਦੇਖਿਆ ਕੋਵਿਡ ਦੇ ਦੌਰਾਨ ਜਿਹੜਾ ਵਿਲੀਅਮ ਔਸਲਰ ਸੀ, ਉਹਨਾਂ ਹੱਥ ਖੜੇ ਕਰ ਦਿੱਤੇ ਸੀ ਜਿਹੜੇ ਉਹਨਾਂ ਦੇ ਅੰਡਰ ਹਸਪਤਾਲ ਸੀਗੇ। ਉਹ ਕਿੰਨੇ ਕੁ ਮਰੀਜ਼ ਸੀਗੇ ਆਪਾਂ ਦੇਖਦੇ ਹਾਂ, ਮਰੀਜ਼ਾਂ ਦੀ ਕੋਈ ਗਿਣਤੀ ਜ਼ਿਆਦਾ ਨਹੀਂ, ਪਰ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਨਹੀਂ ਆ, ਸਾਡੇ ਕੋਲ ਬੈੱਡ ਹੀ ਨਹੀਂ ਹੈਗੇ। ਕਿਉਂਕਿ ਲੰਮਾ ਸਮਾਂ ਇਹਨਾਂ ਨੇ ਅੰਡਰ ਫੰਡ ਕੀਤਾ ਸਾਡੇ ਹਸਪੀਟਲਸ ਨੂੰ। ਜਿਹੜੀ ਬੈੱਡ ਇਸ ਵੇਲੇ ontario ਦੀ ਕੈਨੇਡਾ 'ਚ ਸਭ ਤੋਂ ਘੱਟ ਇਹ ਪਰ 1000 ਬੈੱਡ ਆ। ontario ਕੋ ਸਭ ਤੋਂ ਘੱਟ ਹਸਪੀਟਲ ਬਜਟ ਵਾ ਪਰ ਜਿਹੜਾ ਪੇਸ਼ੈਂਟ ਦੇ ਹਿਸਾਬ ਨਾਲ। ਡਾਕਟਰਸ ਦੀ ਸ਼ਾਰਟੇਜ ਆ ਇਹਦੀ, ਤਾਂ ਇੱਕ ਕ੍ਰਾਈਸਿਸ ਕ੍ਰੀਏਟ ਕੀਤਾ ਜਾ ਰਿਹਾ ਵਾ ਕਿ ਇਹਨੂੰ ਕੀਤਾ ਜਾਵੇ। ਤੁਸੀਂ ਦੇਖੋ ਇਸ ਕੋਵਿਡ ਦੇ ਦੌਰਾਨ ਜਿਹੜੀ ਟੈਸਟਿੰਗ ਵੀ ਹੁਣ ਆ ਕੇ ਪ੍ਰਾਈਵੇਟ ਕਰਤੀ ਸੀ, ਤੁਸੀਂ $200 ਦਿਓ। ਫਿਰ ਕਿੰਨੀਆਂ ਜਿਹੜੀਆਂ ਸਾਡੇ ਹਸਪੀਟਲਸ ਤੋਂ ਅੰਦਰ ਕਲੀਨਿਕ ਸੀਗੇ, ਜਿਹੜੇ ਹੈਲਥ ਕਲੀਨਿਕਸ, ਉਹ ਪ੍ਰਾਈਵੇਟ ਕਰ ਦਿੱਤੇ ਆ। ਔਰ ਹੁਣ ਇੱਕ ਨਵੀਂ ਗੱਲ ਆਈ ਆ, ontario ਹੈਲਥ ਕਮਿਸ਼ਨ ਨੇ ਕਿਹਾ ਕਿ ਡਗਫੋਰਡ ਗਵਰਨਮੈਂਟ ਆਉਣ ਵਾਲੇ ਸਮੇਂ 'ਚ ਪ੍ਰਾਈਵੇਟ ਹੈਲਥ ਨੂੰ ਕਾਫੀ ਪ੍ਰਾਈਵੇਟ ਕਰ ਰਹੀ, ਸਪੈਸ਼ਲੀ ਲੌਂਗ ਟਰਮ ਕੇਅਰ ਨੂੰ। ਜਿਹੜੀ ਲੌਂਗ ਟਰਮ ਕੇਅਰ ਆ
ਉਹਦੇ 'ਚ ਕੋਈ ਕਾਫੀ ਵੱਡੀ ਗਿਣਤੀ 'ਚ ਐਗਜ਼ੈਕਟ ਨੰਬਰ ਨਹੀਂ ਹੈ ਕਿ ਮੇਰੇ ਖਿਆਲ 'ਚ ਕੋਈ 18,000 ਬੈੱਡ ਜਿਹੜਾ ਲੌਂਗ ਟਰਮ ਕੇਅਰ ਦਾ ਗਵਰਨਮੈਂਟ ਉਹਨੂੰ ਪ੍ਰਾਈਵੇਟ ਕਰਨ ਫਿਰ ਰਹੀ। ਤੋ ਇਹ ਹੈ ਕਿ ਜੇ ਲੋਕ ਇਹਨਾਂ ਮੁੱਦਿਆਂ ਨੂੰ ਨਹੀਂ ਉਭਾਰਦੇ, ਇਹਨਾਂ ਮੁੱਦਿਆਂ ਦੇ ਆਲੇ ਦੁਆਲੇ ਨਹੀਂ ਮੂਵਮੈਂਟ ਬਣਦੀ ਤਾਂ ਲੋਕ ਸਫਰ ਕਰਨਗੇ। ਜਿਹੜੀ ਫਰੀडम ਕਨਵੋਏ ਆ ਉਹ ਬੇਸਿਕਲੀ ਪ੍ਰੋ ਕੈਪੀਟਲਿਸਟ ਮੂਵਮੈਂਟ ਆ, ਉਹ ਲੋਕਾਂ ਦਾ ਧਿਆਨ ਪਰਾਂ ਕਰਨ ਨੂੰ, ਮੁੱਦਿਆਂ ਤੋਂ ਲੋਕਾਂ ਨੂੰ ਡਿਵਾਈਡ ਕਰਨ ਨੂੰ, ਜਿਹੜੇ ਮੁੱਦੇ ਨਹੀਂ ਗਏ ਉਹਨਾਂ ਨੂੰ ਮੁੱਦੇ ਬਣਾਉਣਾ, ਜਿਹੜੇ ਮੁੱਦੇ ਉਹਨਾਂ ਤੋਂ ਧਿਆਨ ਪਰੇ ਕਰਨ ਦੀ ਜਿਹੜੀ। ਪਰ ਮੈਨੂੰ ਉਹ 'ਚ ਹੈਰਾਨੀ ਵੀ ਹੁੰਦੀ ਆ, ਕੋਈ ਦੋਸਤ ਇੱਥੇ ਵੀ ਆਏ ਮੇਰੇ ਕੋਲ ਪ੍ਰੋਗਰਾਮ ਕਰਕੇ ਗਏ ਨੇ, ਉਹਨਾਂ ਦਾ ਕਹਿਣਾ ਇਹ ਆ ਕਿ ਉਹ ਜਿਹੜਾ ਕੰਮ ਕਰ ਰਹੇ ਆ, ਜਿਹੜੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਆ ਉਹਦੇ ਖਿਲਾਫ ਕਰ ਰਹੇ ਆ। ਉਹ ਕਹਿ ਰਹੇ ਆ ਕਿ ਜਿੱਦਾਂ 5G ਸਿਸਟਮ ਇਹਨਾਂ ਲਾਗੂ ਕੀਤਾ ਜਿਹਦੇ ਕਰਕੇ এনवायरमेंट 'ਚ ਤਬਦੀਲੀ ਆਈ, ਜਿਹਦੇ ਕਰਕੇ ਹੋਇਆ, ਔਰ ਖਾਸ ਕਰਕੇ ਜਿਹੜੇ ਉਹਦੇ ਟਾਵਰ ਲਗਾਏ ਗਏ, ਉਹ ਟਾਵਰ ਕੁਝ ਐਸੀਆਂ ਬਿਲਡਿੰਗਾਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਰਾਤੋਂ ਰਾਤ ਲੱਗਦੇ ਰਹੇ, ਔਰ ਟਾਵਰ ਬਹੁਤ ਨਜ਼ਦੀਕ ਲੱਗੇ ਨੇ। ਜਿੱਦਾਂ ਆਪਾਂ ਜਾਣਦੇ ਆ ਕਿ ਜਿਹੜੇ ਅੱਗੇ ਉੱਚੀ ਜਗ੍ਹਾ ਟਾਵਰ ਲੱਗਦੇ ਹੁੰਦੇ ਸੀ 4G 3G ਵਾਲੇ, ਤੇ ਉਹ ਟਾਵਰ ਵੀ এনवायरमेंट ਤੇ ਅਸਰ ਪਾਉਂਦੇ ਸੀ। ਖਾਸ ਕਰਕੇ ਜਿਹੜਾ ਸਾਡਾ ਵਣ ਜੀਵਨ ਆ, ਖਾਸ ਕਰਕੇ ਜਿਹੜੇ ਸਾਡੇ ਪੰਛੀ ਆ, ਉਹ ਆਪਾਂ ਨੇ ਦੇਖਿਆ ਭਾਰਤ ਵਰਗੇ ਮੁਲਕਾਂ 'ਚ ਵੀ ਵੇਖਿਆ ਕਿ ਉਹ ਜਿਹੜੇ ਅਸੀਂ ਬਚਪਨ 'ਚ ਦੇਖ ਰਹੇ ਆ ਚਿੜੀਆਂ, ਜਿਹੜੇ ਛੋਟੇ ਬਰਡ, ਉਹ ਕਿਤੇ ਨਜ਼ਰ ਨਹੀਂ ਸੀ ਆਉਂਦੇ। ਇੱਥੋਂ ਤੱਕ ਕਿ ਵੱਡੇ ਵੀ ਗਿਰਜਾਂ, ਇੱਲਾਂ ਜਿਹੜੀਆਂ ਉਹ ਸਾਨੂੰ ਪੰਜਾਬ 'ਚ ਨਜ਼ਰ ਨਹੀਂ ਸੀ ਆਉਂਦੀਆਂ। ਉਹਦੇ ਪਿੱਛੇ ਦੋ ਹੀ ਕਾਰਨ ਗਿਣੇ ਜਾਂਦੇ ਸੀ, ਇੱਕ ਇਹ ਜਿਹੜਾ ਇੱਕ ਪੈਸਟੀਸਾਈਡ ਤੇ ਇੱਕ ਇਹ ਦੋ ਚੀਜ਼ਾਂ। ਇਹ ਮੰਨਦੇ ਆ ਜੀ ਇਹ ਜਿਹੜੀਆਂ ਟਾਵਰਸ ਦੀਆਂ ਫ੍ਰੀਕੁਐਂਸੀਜ਼ ਆ ਇਹ ਜੀਵ ਜੰਤੂਆਂ ਨੂੰ ਤੰਗ ਕਰ ਰਹੀਆਂ। ਈਵਨ ਇਹ ਵੇਖਣ 'ਚ ਆਇਆ ਕਿ ਜਿਹੜੀਆਂ ਅਪਾਰਟਮੈਂਟ ਬਿਲਡਿੰਗਸ ਦੇ ਉੱਤੇ ਟਾਵਰ ਲੱਗੇ ਆ, ਜਾਂ ਜਿਹੜੀਆਂ ਵੀ ਕੋਈ ਬਿਲਡਿੰਗਸ ਦੇ ਉੱਤੇ ਟਾਵਰ ਲੱਗੇ, ਉਹ ਲੋਕਾਂ 'ਚ ਉੱਪਰਲੇ ਫਲੋਰਾਂ 'ਚ ਇਹ ਪਾਇਆ ਗਿਆ ਕਿ ਉਹ ਪ੍ਰੋਪਰ ਸੌਂ ਨਹੀਂ ਸਕਦੇ। ਪਰ ਜਿੱਥੋਂ ਤੱਕ ਆਪਾਂ ਇਸ ਮੂਵਮੈਂਟ ਦੀ ਜੇ ਫਰੀडम ਕਨਵੋਏ ਦੀ ਗੱਲ ਕਰੀਏ, ਕਿਤੇ ਵੀ ਇੱਕ ਵੀ ਗੱਲ ਉਹਨਾਂ ਨੇ ਇਦਾਂ ਨਹੀਂ ਕਹੀ ਕਿ ਜਿੱਥੇ ਜਿਹੜੀ ਕਾਰਪੋਰੇਟ ਖੇਤਰ ਦੀ ਹੈਜਮਨੀ ਆ ਸਾਡੀਆਂ ਪਬਲਿਕ ਸੇਵਾਵਾਂ 'ਚ, ਸਾਡੀਆਂ ਦਵਾਈਆਂ 'ਚ, ਇੱਕ ਵਾਰੀ ਵੀ ਗੱਲ ਨਹੀਂ ਕੀਤੀ। ਅੱਛਾ, ਇੱਥੋਂ ਹੀ ਆਪਾਂ ਨੂੰ ਸਬਕ ਲੈਣ ਦੀ ਲੋੜ ਸੀ। ਜਿਹੜੀਆਂ ਮੌਤਾਂ ਕੋਵਿਡ ਦੇ ਦੌਰਾਨ ਸਭ ਤੋਂ ਜ਼ਿਆਦਾ ਕੈਨੇਡਾ 'ਚ ਹੋਈਆਂ, ਉਹ ਜਿਹੜੇ ਲੌਂਗ ਕੇਅਰ ਹੈਗੇ ਸੀ ਉੱਥੇ ਹੋਈਆਂ। ਉੱਥੇ ਦੋ ਕਾਰਨ ਆ, ਇੱਕ ਤੇ ਉਹ ਜਿਹੜੇ 올ਡ ਏਜ ਲੋਕ ਨੇ ਉਹਨਾਂ ਦੀ ਇਮਿਊਨਿਟੀ ਘੱਟ ਹੋ ਸਕਦੀ ਆ, ਦੂਸਰਾ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਬਿਲਡਿੰਗ ਦੇ ਉੱਤੇ ਟਾਵਰ ਜ਼ਿਆਦਾ ਲਾਏ ਗਏ ਸੀ ਕਿਉਂਕਿ ਉੱਥੇ ਕੋਈ ਰੋਕ ਟੋਕ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਪਤਾ ਲੱਗਿਆ। ਇਦਾਂ ਦੀ ਦੇਖੋ ਕਨਸਪੀਰੇਸੀ ਥਿਊਰੀਜ਼ ਤੇ ਬੜੀਆਂ ਵਾ, ਕੋਰਿਲੇਸ਼ਨ ਹੋ ਵੀ ਸਕਦੀ ਆ, ਪਰ ਇਦਾਂ ਦੀ ਕੋਈ ਸਟੱਡੀ ਆਈ ਨਹੀਂ ਜਾਂ ਤੇ ਕਿਸੇ ਨੇ ਜੇ ਕੀਤੀ ਆ ਕਿ ਇਸ ਬਿਲਡਿੰਗ 'ਚ ਇੰਨੇ ਲੋਕ ਮਰੇ ਆ ਤੇ ਇਹਦੇ ਉੱਤੇ ਟਾਵਰ ਸੀ, ਇੰਨੀ ਫ੍ਰੀਕੁਐਂਸੀ ਦਾ ਲੱਗਾ ਸੀ, ਤਾਂ ਮੇਰੇ ਖਿਆਲ 'ਚ ਇਹ ਸਟੱਡੀ ਵੈਲਕਮ ਹੋਊਗੀ। ਪਰ ਇਦਾਂ ਦੀ ਸਟੱਡੀ ਦੇਖੀ ਨਹੀਂ। ਪਰ ਇਹ ਦੇਖਣ 'ਚ ਆਇਆ ਵਾ ਕਿ ਜਿਹੜੇ ਪ੍ਰਾਈਵੇਟ ਓਨਡ ਲੌਂਗ ਟਰਮ ਕੇਅਰ ਹੀ ਉਹਨਾਂ 'ਚ ਡੈਥ ਜ਼ਿਆਦਾ ਹੋਈਆਂ ਪਬਲਿਕ ਆਰਮੀ ਨੂੰ ਸੱਦਣਾ ਪਿਆ। ਹਾਂ, ਆਪਾਂ ਨੂੰ ਯਾਦ ਹੋਣਾ 1919 'ਚ ਇਹ ਗੱਲ ਸ਼ੁਰੂ ਹੋਈ ਸੀਗੀ, ਤੇ ਸ਼ੁਰੂਆਤੀ ਦੌਰ 'ਚ ਜਦੋਂ ਬਹੁਤ ਸਾਰੀਆਂ ਮੌਤਾਂ ਲੌਂਗ ਟਰਮ ਕੇਅਰ 'ਚ ਹੋਣ ਲੱਗੀਆਂ ਤੇ ਫਿਰ ਗਵਰਨਮੈਂਟ ਦੇ ਥੋੜੇ ਕੰਨ ਖੜੇ ਹੋਏ, ਉਹਨਾਂ ਨੇ ਫਿਰ ਉੱਥੇ ਆਪਣੇ ਇੰਸਪੈਕਟਰ ਭੇਜਣੇ ਸ਼ੁਰੂ ਕੀਤੇ। ਪਰ ਜਿਹੜੇ ਇੰਸਪੈਕਟਰ ਸੀ ਉਹ ਓਕੇ ਦੀ ਰਿਪੋਰਟ ਦੇ ਹੀ ਜਾ ਰਹੇ ਸੀ ਲਗਾਤਾਰ। ਬਾਅਦ ਵਿੱਚ ਜਦੋਂ ਆਰਮੀ ਨੇ ਇੰਟਰਵਨ ਕੀਤਾ ਤੇ ਫਿਰ ਦੇਖਿਆ ਗਿਆ ਕਿ ਉੱਥੇ ਦੇ ਬਜ਼ੁਰਗਾਂ ਦੀ ਬਹੁਤ ਮਾੜੀ ਹਾਲਤ ਸੀ। ਇਹ ਇਸ਼ੂ ਉਠਾਉਣ ਦੀ ਗੱਲ ਸੀ ਕਿ ਮੌਤਾਂ ਇਹ ਧਿਆਨ ਵੇਖੋ ਕਿਹੜੇ ਪਾਸੇ ਡਿਵਰਟ ਹੋ ਰਿਹਾ ਵੀ ਉੱਤੇ ਟਾਵਰ ਲੱਗਾ ਹੀ ਬੰਦੇ ਜ਼ਿਆਦਾ ਮਰੇ। ਇਹ ਦੱਸਣ ਦੀ ਲੋੜ ਹੈ ਕਿ ਜਿਹੜੇ ਪ੍ਰਾਈਵੇਟ ਓਨਡ ਲੌਂਗ ਟਰਮ ਕੇਅਰ ਆ ਉੱਥੇ ਮੌਤਾਂ ਜ਼ਿਆਦਾ ਹੋਈਆਂ, ਜਿਹੜੇ ਕਿ ਪੀਲ ਦੇ ਜਾਂ ਗਵਰਨਮੈਂਟ ਓਨਡ ਲੌਂਗ ਟਰਮ ਕੇਅਰ ਸੀ। ਨੰਬਰ 1। ਨੰਬਰ 2, ਹੁਣ ਇਹਦੇ ਸਮੇਂ ਦੌਰਾਨ ਸਰਕਾਰ ਨੇ ਕੁਝ ਮੇਜਰਸ ਲਏ ਵੀ ਅਸੀਂ ਇਹ ਕਰਾਂਗੇ। ਈਵਨ ਜਿਹੜੇ ਲੌਂਗ ਟਰਮ ਕੇਅਰ ਦੇ ਓਨਰ ਸੀ ਉਹਨਾਂ ਨੂੰ ਮਿਲੀਅਨਸ ਡਾਲਰ ਸਰਕਾਰ ਵੱਲੋਂ ਬੇਲ ਆਊਟਸ ਦਿੱਤੇ ਗਏ। ਕੋਈ ਰੈਜ਼ੀਡੈਂਟਸ ਨੂੰ ਜਾਂ ਉਹਨਾਂ ਦੀਆਂ ਫੈਮਿਲੀਜ਼ ਨੂੰ, ਸਟਾਫ ਨੂੰ ਤੇ ਕੁਝ ਨਹੀਂ ਦਿੱਤਾ ਗਿਆ। ਨਰਸਸ ਦੀਆਂ ਤੇ ਵੇਜਸ ਫਰੀਜ਼ ਕੀਤੀਆਂ ਬਿੱਲ 121 ਨਾਲ। ਤੋਂ ਇਹ ਕਹਿੰਦਾ ਮਤਲਬ ਆ ਕਿ ਹੁਣ ਸਰਕਾਰ ਹੋਰ ਲੌਂਗ ਟਰਮ ਕੇਅਰ ਦੇ ਬੈੱਡ ਪ੍ਰਾਈਵੇਟ ਕਰਨ ਜਾ ਰਹੀ। ਇਹਦਾ ਮਤਲਬ ਵੈਕਸੀਨ ਨਾਲੋਂ ਜੇ ਕਿਸੇ ਦੀ ਜਾਨ ਨੂੰ ਖਤਰਾ ਵਾ ਤੇ ਉਹ ਪ੍ਰਾਈਵੇਟਾਈਜੇਸ਼ਨ ਤੋਂ ਸਾਬਤ ਹੋ ਗਿਆ, ਤੇ ਜੇ ਆਉਣ ਵਾਲੇ ਸਮੇਂ 'ਚ ਕੋਈ ਮਹਾਮਾਰੀ ਆਈ ਤਾਂ ਹੋਰ ਲੋਕ ਜਿਹੜੇ ਰਿਸਕ ਫੈਕਟਰ 'ਚ ਚਲੇ ਗਏ। ਅੱਛਾ, ਹੁੰਦਲ ਸਾਹਿਬ ਇਦਾਂ ਹੁੰਦਾ ਜਦੋਂ ਮਤਲਬ ਥੋੜੀ ਜਿਹੀ ਲੈਫਟ ਸੋਚ ਵਾਲੇ ਲੋਕ ਜਿਵੇਂ ਆਪਾਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਉਹਦੇ 'ਚੋਂ ਇਦਾਂ ਗੱਲ ਉੱਭਰ ਕੇ ਆਉਂਦੀ ਆ, ਜਦੋਂ ਸਰਕਾਰ ਕੋਈ ਜਿੱਦਾਂ ਹੁਣੇ ਤੁਸੀਂ ਜਰਮਨ ਦਾ ਉਦਾਹਰਨ ਦਿੱਤੀ ਆ ਕਿ ਜਰਮਨ ਦੀ ਗਵਰਨਮੈਂਟ ਨੇ ਟ੍ਰੇਨਾਂ ਫ੍ਰੀ ਕਰਤੀਆਂ, ਉਹਨਾਂ ਨੇ ਸਸਤੇ ਘਰਾਂ ਵਾਸਤੇ ਉਹਨੂੰ ਨੈਸ਼ਨਲਾਈਜ਼ ਕਰ ਲਿਆ ਬਿਲਡਿੰਗਾਂ ਨੂੰ, ਤੇ ਉਦੋਂ ਸ਼ਬਦ ਵਰਤਿਆ ਜਾਂਦਾ ਹੈ ਸਰਮਾਏਦਾਰੀ ਆਪਣੀ ਉਮਰ ਲੰਬੀ ਕਰਨ ਲਈ ਇਹ ਕਰ ਰਹੀ ਆ। ਦੂਜੇ ਪਾਸੇ ਅਸੀਂ ਇਹ ਵੀ ਲੜਾਈ ਲੜਦੇ ਰਹਿੰਦੇ ਹਾਂ ਕਿ ਵਿਦਨ ਸਿਸਟਮ ਅਸੀਂ ਕੋਈ ਚੇਂਜਸ ਚਾਹੁੰਦੇ ਆ, ਜਿੱਦਾਂ ਹਸਪੀਟਲ ਪ੍ਰਾਈਵੇਟ ਨਾ ਹੋਣ, ਸਕੂਲ ਜਿਹੜੇ ਆ ਉਹ ਸਾਰੇ ਗਵਰਨਮੈਂਟ ਦੇ ਕੋਲ ਰਹਿਣ, ਐਜੂਕੇਸ਼ਨ ਫ੍ਰੀ ਹੋਵੇ ਜਾਂ ਘੱਟੋ ਘੱਟ ਸਸਤੀ ਹੋਵੇ ਕਿ ਹਰ ਇੱਕ ਦੀ ਪਹੁੰਚ ਹੋਵੇ, ਅਫੋਰਡੇਬਲ ਘਰ ਹੋਣ। ਇਹ ਗੱਲਾਂ ਅਸੀਂ ਕਰਦੇ ਹਾਂ। ਤੇ ਜਦੋਂ ਸਰਕਾਰ ਵਾਲੇ ਪਾਸੇ ਇਦਾਂ ਦੀ ਕੋਈ ਗੱਲ ਆਉਂਦੀ ਫਿਰ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਢਾਂਚਾ ਆ ਕਾਰਪੋਰੇਟ ਨੂੰ ਮਦਦ ਕਰਨ ਲਈ ਇਦਾਂ ਕਰ ਰਿਹਾ, ਆਪਣੀ ਉਮਰ ਲੰਬੀ ਕਰ ਰਿਹਾ। ਜਿੱਦਾਂ ਮਿਸਾਲ ਦੇ ਤੌਰ ਤੇ ਹੁਣ ਦੁਬਈ 'ਚ ਹੋ ਗਿਆ, ਆਪਾਂ ਇੱਥੇ ਇੱਕ ਪ੍ਰੋਗਰਾਮ ਕਰਨਾ, ਆਪਾਂ ਇੱਕ ਦਿਨ ਗੱਲ ਅੱਗੇ ਵੀ ਕੀਤੀ ਸੀਗੀ ਕਿ ਹੁਣ
2.5 ਡੇ ਉਹਨਾਂ ਨੇ ਵੀਕਐਂਡ ਕਰਤਾ। ਬਹੁਤ ਸਾਰੇ ਥਾਂ ਤੇ ਕਿਹਾ ਜਾ ਰਿਹਾ ਕਿ 3 ਘੰਟੇ ਦਾ ਵੀਕਐਂਡ ਦੀ ਪ੍ਰਪੋਜ਼ਲ ਇੱਥੇ ਅੰਟਾਰੀਓ 'ਚ ਵੀ ਚੱਲ ਰਹੀ ਆ। ਫੋਰਡ ਸਾਹਿਬ ਪਿਛਲੇ ਦਿਨ ਬਿਆਨ ਆਇਆ ਸੀ ਕਿ ਜਿਹੜੀ ਇੰਡਸਟਰੀ ਆ ਉਹ ਇਹਦੇ ਨਾਲ ਸਹਿਮਤ ਨਹੀਂ ਆ। ਇਹਨਾਂ ਨੇ ਇਹਨਾਂ ਨੂੰ ਉਹ ਵੀ ਆਫਰ ਕੀਤਾ ਕਿ ਤੁਸੀਂ 10 ਘੰਟੇ ਦੀ ਸ਼ਿਫਟ ਭਾਵੇਂ ਕਰ ਲਓ ਪਰ ਫਰਾਈਡੇ ਨੂੰ ਫ੍ਰੀ ਕਰ ਦਿਓ, 4 ਡੇ ਵੀਕ ਕਰ ਦਿਓ। ਅੱਛਾ, ਇਸ ਤੋਂ ਪਹਿਲਾਂ ਇੱਕ ਹੋਰ ਗੱਲ ਆਈ ਸੀ ਕਿ ਜਿਹੜੀ ਸ਼ਿਫਟ ਆ ਉਹ 6 ਆਵਰ ਕੀਤੀ ਜਾ ਸਕਦੀ ਆ, 8 ਆਵਰ ਦੀ ਬਜਾਏ, ਕਿ ਲੋਕ ਘਰਾਂ 'ਚ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਸਕਣ। ਤੇ ਦੂਜੇ ਪਾਸੇ ਹੁਣ ਇਹ ਆਪਸ਼ਨ ਦਿੱਤੀ ਜਾ ਰਹੀ ਹੈ ਕਿ ਤੁਸੀਂ 10 ਘੰਟੇ ਦੀ ਸ਼ਿਫਟ ਕਰ ਲਓ। ਜੇ ਇੱਕ ਦਿਨ ਪੂਰਾ ਦੇਣਾ ਵੀ ਆ, 10 ਘੰਟੇ ਬੰਦੇ ਨੇ ਘਰੋਂ ਬਾਹਰ ਰਹਿਣਾ, 2-3 ਘੰਟੇ ਉਹਨੂੰ ਉਹਦੇ ਆਪਣੇ ਕੰਮ ਤੇ ਜਾਣ ਤੇ ਆਉਣ ਦੇ, ਤੇ ਉਸ ਬੰਦੇ ਦੀ ਹਾਲਤ ਕੀ ਹੋਊਗੀ ਜਿਸ ਤਰ੍ਹਾਂ ਵੇਖਿਆ ਜਾਏ? ਜੀ ਅਸਲ 'ਚ ਇਹਦੇ 'ਚ ਜਿਹੜੀ ਸ਼ਾਰਟਰ ਵਰਕ ਵੀਕ ਦੀ ਡਿਮਾਂਡ ਬਹੁਤ ਉੱਠ ਰਹੀ ਆ। ਯੂਰਪ 'ਚ ਕੀਤਾ ਵੀ ਆ, ਵਿਦਆਊਟ ਇਨਕਮ ਲਾਸ, ਵਿਦਆਊਟ ਐਨੀ ਪ੍ਰੋਡਕਟਿਵਿਟੀ ਲਾਸ, ਕਿਉਂਕਿ ਆਫਟਰ ਸੈਕੰਡ ਵਰਲਡ ਵਾਰ ਪ੍ਰੋਡਕਟਿਵਿਟੀ ਵਧੀ ਬਹੁਤ ਆ ਬੰਦੇ ਦੀ। ਇੱਕ ਹਿਊਮਨ ਬੀਇੰਗ ਦੀ 4 ਟਾਈਮਸ ਪ੍ਰੋਡਕਟਿਵਿਟੀ ਵਧੀ ਆ, ਵੇਜਸ ਨਹੀਂ ਵਧੀਆਂ। ਤੋ ਇਹ ਆ ਕਿ ਸ਼ਾਰਟਰ ਵਰਕ ਵੀਕ ਹੋਣਾ ਚਾਹੀਦਾ ਬਟ ਵਿਦਆਊਟ ਇਨਕਮ ਲਾਸ। ਇਹ ਨਾ ਹੋਵੇ ਕਿ ਕਹਿਣ ਜੀ ਤੁਸੀਂ ਪੈਸੇ ਤੇਰੇ ਘਟ ਜਾਣੇ ਆ ਤੇ ਵੀਕ ਵੀ ਘਟ ਗਿਆ, ਵੇਜਸ ਜਿਹੜਾ ਸਿਸਟਮ ਹੈ ਉੱਥੇ ਤਾਂ ਆਵਰਲੀ ਪੈਸੇ ਮਿਲ ਰਹੇ ਆ। ਜੇ ਆਵਰ ਘਟ ਜਾਣਗੇ, ਇੱਥੇ ਤੇ ਇਹਨਾਂ ਨੇ ਸਗੋਂ ਕੈਪ ਲਾਈ ਹੋਈ ਆ ਕਿ 40 ਆਵਰ ਜਾਂ 44 ਆਵਰ ਤੋਂ ਬਾਅਦ ਤੁਸੀਂ ਕੰਮ ਨਹੀਂ ਲੈ ਸਕਦੇ ਬੰਦੇ ਕੋਲ, ਜਾਂ ਨਹੀਂ ਮਤਲਬ ਫਿਰ ਉਹਨੂੰ ਆਪਾਂ ਨੂੰ ਥੋੜਾ ਬਹੁਤਾ ਵੱਧ ਦੇਣਾ ਪੈਂਦਾ ਸੀ। ਤੇ ਕੰਪਨੀਆਂ ਕੀ ਕਰਦੀਆਂ ਨੇ ਕਿ ਉਹ ਮਤਲਬ ਇੱਕ ਮੈਕਸਿਮਮ ਜਿਹੜੀ ਕੈਪ ਉਹਦੇ ਵਿਦਨ ਲੈ ਦਿੰਦੀਆਂ ਨੇ ਕਿ ਸਾਨੂੰ ਵੱਧ ਪੈਸੇ ਨਾ ਪੇ ਕਰਨੇ ਪੈਣ, ਹਨਾ? ਇਦਾਂ ਹੀ ਹੁੰਦਾ ਅਸਲ 'ਚ। ਇਹ ਡਿਮਾਂਡ ਬਹੁਤ ਜ਼ਰੂਰੀ ਆ, ਜਿਹੜੀ ਵੇਜਸ, ਬੈਟਰ ਵੇਜਸ ਦੀ ਡਿਮਾਂਡ ਉਹ ਜ਼ਰੂਰੀ ਆ। ਜੇ ਅਸੀਂ ਸ਼ਾਰਟਰ ਵਰਕ ਵੀ ਕਰਨੇ ਆ ਤੇ ਬੈਟਰ ਵੇਜਸ ਵੀ ਨਾਲ ਕਹਿਣੀਆਂ ਪੈਣੀਆਂ। ਜੇ ਅਸੀਂ ਵਿਦਆਊਟ ਸ਼ਾਰਟਰ ਵਰਕ ਵੀ ਕਰਨੇ ਆ ਪਰ ਅਸੀਂ ਵਿਦਆਊਟ ਜਿਹੜੀ ਇਨਕਮ ਲਾਸ ਤੇ ਵਿਦਆਊਟ ਐਨੀ ਪ੍ਰੋਡਕਟਿਵਿਟੀ ਲਾਸ, ਮਤਲਬ ਇਦਾਂ ਵੀ ਨਹੀਂ ਵੀ ਉਹਦੇ ਨਾਲ ਕੋਈ ਕੰਮ ਘਟ ਜੇ ਪਰ ਸ਼ਾਰਟਰ ਵਰਕ ਵੀਕ ਹੁੰਦੇ ਨੇ ਉਹਨਾਂ ਦੀ ਇਨਕਮ ਵੀ ਵਧੇ। ਕੋਈ ਇੱਕ ਚੀਜ਼ ਐਡ ਕਰਨੀ ਚਾਹੁੰਦਾ, ਜਿੱਦਾਂ ਆਪਾਂ ਕਹਿੰਦੇ ਆ ਕਿ ਆਪਾਂ ਸਰਕਾਰ ਤੋਂ ਛੋਟੀਆਂ ਡਿਮਾਂਡਸ ਲੈਂਦੇ, ਇਹ ਜਿੰਨੀਆਂ ਵੀ ਆਪਾਂ ਹੈਲਥ ਦੀਆਂ ਜਾਂ ਐਜੂਕੇਸ਼ਨ ਦੀਆਂ ਡਿਮਾਂਡਸ ਲਈਆਂ, ਲੋਕਾਂ ਨੇ ਸਟਰਗਲ 'ਚ ਲਈਆਂ। ਤਾਂ ਜਿਹੜੀਆਂ ਛੋਟੀਆਂ ਜਿੱਤਾਂ ਹੁੰਦੀਆਂ ਵੀ ਬੜੀਆਂ ਇੰਪੋਰਟੈਂਟ ਆ, ਕਿਉਂਕਿ ਜਿੱਦਾਂ ਕੋਈ ਵੀ ਇਸ਼ੂ ਆ, ਜੇ ਅਸੀਂ ਕਹੀਏ ਜੀ ਉਹ ਕੋਈ ਪਤਾ ਨਹੀਂ ਇੱਦਾਂ ਦੀ ਕੋਈ ਵੱਡੀ ਤਬਦੀਲੀ ਹੋਵੇ ਤੇ ਉਦੋਂ ਠੀਕ ਹੋਊ, ਨਹੀਂ ਉਹ ਨਾਲ ਜਿਹੜੀਆਂ ਛੋਟੀਆਂ ਜਿੱਤਾਂ ਲੋਕੀ ਉਹਦੇ 'ਚੋਂ ਵੱਡੀ ਵੱਲ ਵੱਧਦੇ। ਇੱਕ ਮੈਨੂੰ ਲੱਗਦਾ ਇਹ ਜਿਹੜਾ ਇਹ ਫਰੀडम ਕਨਵੋਏ ਚੱਲ ਰਿਹਾ, ਇਹਦੇ ਵਿੱਚ ਇੱਕ ਜਿਹੜਾ ਗਵਰਨਮੈਂਟ ਨੇ ਐਮਰਜੈਂਸੀ ਐਕਟ ਪਾਸ ਕੀਤਾ, ਜਿਹੜਾ ਉਹਦੀ ਗੱਲ ਵੀ ਉਹ ਗੱਲ ਆਪਾਂ ਕਰ ਨਹੀਂ ਸਕੇ। ਹਾਂਜੀ, ਉਹ ਗੱਲ ਥੋੜੀ ਜਿਹੀ ਸਮਾਂ ਆਪਣੇ ਕੋਲ ਥੋੜਾ ਜਿਹਾ ਉਹ ਆਪਾਂ ਇਹ ਆ ਕਿ ਉਹ ਸਹੀ ਮੇਜਰ ਨਹੀਂ ਗਵਰਨਮੈਂਟ ਨੇ ਲਿਆ। ਜਿਹੜਾ ਇਹ ਤੋਂ ਪਹਿਲਾਂ ਵਾਰ ਮੇਜਰਸ ਐਕਟ ਹੁੰਦਾ ਸੀ, ਸਰਕਾਰ ਨੇ 3 ਵਾਰੀ ਉਹ ਯੂਜ਼ ਕੀਤਾ ਸੀ, ਫਸਟ ਸੈਕੰਡ ਵਰਲਡ ਵਾਰ 'ਚ ਤੇ ਕਿਊਬਿਕ ਕ੍ਰਾਈਸਿਸ 'ਚ 1970 'ਚ। ਉਹ ਬਦਨਾਮ ਬਹੁਤ ਹੋ ਗਿਆ ਸੀ ਵਾਰ ਮੇਜਰਸ ਐਕਟ। ਸਰਕਾਰ ਨੇ ਉਹਦਾ ਨਾਂ ਚੇਂਜ ਕਰਤਾ 1988 'ਚ ਐਮਰਜੈਂਸੀ ਐਕਟ। ਇਹ ਪਹਿਲੀ ਵਾਰੀ ਯੂਜ਼ ਕੀਤਾ, ਇਹਦੀ ਲੋੜ ਨਹੀਂ ਸੀ। ਇਹ ਬੜਾ ਇਹਦੇ 'ਚ ਇਹ ਆ ਕਿ ਇੱਕ ਸਰਕਾਰ ਨੇ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੇਲੇ ਵੀ ਲੋਕ ਜਦੋਂ ਇਸ ਪ੍ਰਬੰਧ ਦੇ ਖਿਲਾਫ ਬੋਲਣਗੇ ਆਪਣੀਆਂ ਜੈਨੂਅਨ ਡਿਮਾਂਡਸ ਦੇ ਨਾਲ, ਉਹ ਭਾਵੇਂ ਕੋਈ ਵੀ ਲੋਕੀ ਆਪਣੇ ਚਾਰਟਰਡ ਰਾਈਟਸ ਲਈ ਬੋਲਦੇ ਆ ਜਾਂ ਕੋਈ ਵਰਕਰਸ ਆਪਣੇ ਹੱਕਾਂ ਲਈ ਬੋਲਦੇ ਆ ਜਾਂ ਇੰਡੀਜਨਸ ਲੋਕ ਆਪਣੀ ਲੈਂਡ ਲਈ ਜਾਂ ਗੈਸ ਪਾਈਪਲਾਈਨ ਬਾਰੇ ਬੋਲਦੇ, तो ये खतरा वा कि ये अगे तो भी सरकार यूज करूगी, सरकार को जो मौजूदा चीज़ां सी उन्होंने सॉल्व कर सकती। मैं तुहानूं एक उदाहरण दिंदा, कैनेडा च हेट कोई स्पीच दिंदा ਉਹਦੇ ਲਾ ਮੌਜੂਦ ਆ, यूएस 'ਚ ਹੈ ਨਹੀਂ ਪਰ ਕੈਨੇਡਾ 'ਚ ਹੈ। ਸਰਕਾਰ ਨੇ ਜਦੋਂ ਪੈਟ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਸੀ ਪੈਟ ਕਿੰਗ, ਉਹਦੀ ਜਿਹੜੀਆਂ ਸਪੀਚਸ ਉਹ ਕਿੰਨੀਆਂ ਪ੍ਰੋਵੋਕੇਟਿਵ ਹੇਟ ਦੀਆਂ, ਸਰਕਾਰ ਨੂੰ ਚਾਹੀਦਾ ਸੀ ਪਹਿਲਾਂ ਕਿਉਂ ਨਹੀਂ ਐਕਸ਼ਨ ਲਿਆ ਵੀ ਕੈਨੇਡਾ 'ਚ ਕੋਈ ਵੀ ਹੇਟ ਸਪੀਚ ਦਿੰਦਾ ਜਾਂ ਹੇਟ ਤੇ ਵਾਇਲੈਂਸ ਕ੍ਰੀਏਟ ਕਰਦਾ। ਤਾਂ ਉਹ ਚੀਜ਼ ਦੀ ਗੱਲ ਸੀ। ਇਹ ਜਿਹੜਾ ਐਕਟ ਲਿਆਂਦਾ ਹੈ ਬੇਸਿਕਲੀ ਚਾਰਟਰਡ ਰਾਈਟਸ ਤੇ ਹਮਲਾ, ਔਰ ਇਹ ਪਾਸ ਨਹੀਂ ਹੋਣਾ ਚਾਹੀਦਾ। ਸਰਕਾਰ ਕੋ ਆਲਰੇਡੀ ਪਾਵਰ ਸੀਗੀਆਂ। ਇਹ ਖਤਰਾ ਆ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਐਕਟ ਆ, ਕਿਉਂਕਿ ਵਾਰ ਮੇਜਰਸ ਐਕਟ ਬਦਨਾਮ ਹੋਏ, ਸਰਕਾਰ ਨੇ ਉਹਦਾ ਨਾਂ ਚੇਂਜ ਕਰਤਾ। ਹੁੰਦਾ ਸਾਹਿਬ ਜੇ ਮਤਲਬ ਆਪਾਂ ਦੂਜਾ ਪੱਖ ਸੋਚੀਏ ਦਾ, ਫਿਰ ਗਵਰਨਮੈਂਟ ਨੂੰ ਕੀ ਮੇਜਰ ਲੈਣੇ ਚਾਹੀਦੇ ਸੀ? ਕਿਸ ਤਰੀਕੇ ਨਾਲ ਇਹਨਾਂ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਣਾ ਚਾਹੀਦਾ ਸੀਗਾ, ਜਾਂ ਇਹਨਾਂ ਨਾਲ ਕੋਈ ਹੋਰ ਜਿੱਦਾਂ ਵਿੱਚ ਕੋਈ ਪਾ ਕੇ ਵਿਚੋਲੇ ਮੀਡੀਅਮ ਕੋਈ ਨਵਾਂ ਤਿਆਰ ਕਰਕੇ ਹੋਇਆ ਵੀ ਮੇਰੇ ਖਿਆਲ ਟੁੱਟ ਜਾ। ਇੱਕ ਸਾਬਕਾ ਜਿਹੜਾ ਅਫਸਰ ਪੁਲਿਸ ਦਾ ਸੀਗਾ ਉਹਨੇ ਕੋਸ਼ਿਸ਼ ਵੀ ਕੀਤੀ, ਫਿਰ ਬਾਅਦ ਚ ਉਹਨੂੰ ਆਪਣੀ ਜੌਬ ਵੀ ਛੱਡਣੀ ਪੈ ਗਈ ਲੱਗਦਾ ਉੱਥੋਂ ਜਿਹੜਾ ਪੁਲਿਸ ਚੀਫ ਸੀਗਾ ਆਟਵਾ ਦਾ। ਤੇ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਕੀ ਕਰ ਸਕਦੀ ਸੀ, ਤੇ ਇਹ ਤੋਂ ਬੈਟਰ ਕਿਸ ਤਰੀਕੇ ਨਾਲ ਉਹਨੂੰ ਕਰ ਸਕਦੀ ਸੀ? ਇਹ ਹਰਜੀਤ ਜੀ ਇੱਕ ਤੇ ਹੋਰ ਚੀਜ਼ ਵੇਖਣ ਵਾਲੀ ਆਈ ਬੜੀ ਸੀਰੀਅਸ, ਜਿਹੜੀ ਮੇਨ ਸਟ੍ਰੀਮ ਮੀਡੀਆ 'ਚ ਵੀ ਆਈ ਆ, CBC ਤੇ ਹੋਰਨਾਂ ਤੇ ਵੀ ਆਇਆ, ਕਿ ਜਿਹੜੀ ਪੁਲਿਸ ਦਾ ਜਿਹੜਾ ਰਿਸਪੌਂਸ ਜਾਂ ਰਿਲੇਸ਼ਨ ਸੀ ਇਹਨਾਂ ਗਰੁੱਪਾਂ ਨਾਲ ਬਹੁਤ ਫਰੈਂਡਲੀ ਰਹੇ। ਔਰ ਇਹ ਮੰਨਿਆ ਜਾਂਦਾ ਕਿ ਆਰਮੀ 'ਚ ਵੀ ਬਹੁਤ ਸਾਰੇ ਆਫੀਸਰ ਜਿਹੜੇ ਆ ਉਹ ਇਹਨਾਂ ਦੇ ਪ੍ਰਤੀ ਉਹਨਾਂ ਦਾ ਐਟੀਟਿਊਡ ਜਿਹੜਾ ਬੜਾ ਨਰਮ ਵਾਲਾ ਰਿਹਾ। ਔਰ ਅਸੀਂ ਇਸ ਸਾਰੀ ਪ੍ਰੋਸੈਸ 'ਚ ਇਹ ਦੇਖਿਆ ਕਿ ਪੁਲਿਸ ਦਾ ਜਿਹੜਾ ਰਵੱਈਆ ਉਹਨਾਂ ਨਾਲ ਸੈਲਫੀਜ਼ ਲੈਣ ਦਾ, ਉਹਨਾਂ ਨਾਲ ਗੱਪਸ਼ਪ ਫਰੈਂਡਲੀ ਰਿਹਾ। ਔਰ ਇਹਦੇ ਤੇ ਨੁਕਤਾਚੀਨੀ ਵੀ ਹੋਈ। ਆਟਵਾ ਦੇ ਜਿਹੜੇ ਮੇਅਰ ਉਹਨੇ ਵੀ ਕਿਹਾ
ਔਰ ਸਰਕਾਰ ਦੇ ਅੰਦਰ ਵੀ ਇਸ ਗੱਲ ਦੀ ਬਹੁਤ, ਮੀਡੀਆ ਨੇ ਵੀ ਇਸ਼ੂ ਉਠਾਇਆ ਔਰ ਇੱਕ ਵੀਡੀਓ ਵੀ ਆਈ ਜਿਹਦੇ ਚ OPP ਵਾਲਾ ਇੱਕ ਆਫੀਸਰ ਕਹਿ ਰਿਹਾ ਉਹਨਾਂ ਨੂੰ ਕਿ ਆਪਾਂ ਤੁਹਾਡੇ ਨਾਲ ਆ, ਪੂਰੀ ਫਿਕਰ ਨਾ ਕਰੋ। ਤੋਂ ਇੱਕ ਤੇ ਇਹ ਕਾਰਨ ਹੋਇਆ ਕਿ ਪ੍ਰੋਪਰ ਐਕਸ਼ਨ ਨਹੀਂ ਲਿਆ ਗਿਆ। ਦੂਸਰਾ, ਜਿੰਨੇ ਵੀ ਇਹ ਗਰੁੱਪਸ ਵਾ, ਜਿੰਨੇ ਵੀ ਇਹਨਾਂ ਚ ਦੇਖੋ ਤੁਸੀਂ, ਜਿੰਨੇ ਨਾਜ਼ੀ ਗਰੁੱਪਸ, ਇਹਨਾਂ ਦੇ ਸਵਾਸਥਕ ਆਏ, ਨਾਜ਼ੀ ਝੰਡੇ ਵਗੈਰਾ ਅੱਗੇ ਦਿਖਾ ਗਏ, ਉਹ ਗਵਰਨਮੈਂਟ ਨੂੰ ਚਾਹੀਦਾ ਕਿ ਹੇਟ ਲਾਜ਼ ਹੈਗੇ ਆ, ਉਹ ਇਹਨਾਂ ਨੂੰ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ। ਦੂਸਰਾ ਇਹ ਆ ਕਿ ਇਹਨਾਂ ਦੇ ਪਿੱਛੇ ਜਿੱਦਾਂ ਅਸੀਂ ਵੇਖਿਆ ਵਾ ਕਿ ਇਹਦੇ ਪਿੱਛੇ ਜਿਹੜੇ ਆਰਗੇਨਾਈਜ਼ਿੰਗ ਲੋਕ ਵਾ, ਇਹਦੇ ਪਿੱਛੇ ਜਿਹੜੇ ਕੰਮ ਕਰਦੇ, ਤੋਂ ਇਹ ਸਰਕਾਰ ਨੇ ਪ੍ਰੋਪਰ ਟਾਈਮਲੀ ਇਹਦੇ ਤੇ ਐਕਸ਼ਨ ਨਹੀਂ ਲਿਆ, ਇਹਦਾ ਕਰਕੇ ਇਹ ਜਿਹੜਾ ਮਸਲਾ ਵੱਧਦਾ ਗਿਆ। ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਜੀ ਹਰ ਇੱਕ ਨੂੰ ਆਪਣੇ ਭਾਵ ਪ੍ਰਗਟ ਕਰਨ ਦੀ ਆਜ਼ਾਦੀ ਆ, ਪਰ ਜਦੋਂ ਅਸੀਂ ਇਹ ਜਿਹੜਾ ਐਕਸਟ੍ਰੀਮ ਰਾਈਟ ਆ ਜਾਂ ਜਿੰਨੇ ਇਹ ਰਾਈਟ ਵਿੰਗ ਐਕਸਟ੍ਰੀਮ ਗਰੁੱਪਸ ਵਾ, ਇਹਨਾਂ ਦਾ ਅਸੀਂ ਜਦੋਂ ਉਭਾਰ ਵੇਖਦੇ ਆ ਜਾਂ ਇਹਨਾਂ ਦੀ ਪੋਲਿਟਿਕਸ ਦੇਖਦੇ ਆ, ਤਾਂ ਉਹ ਵਰਕਿੰਗ ਕਲਾਸ ਦੇ ਇਸ਼ੂ ਨੂੰ ਨਹੀਂ ਕਰਦੀ, ਸਗੋਂ ਖਤਰਾ ਪੈਦਾ ਕਰਦੀ ਆਉਣ ਵਾਲੇ ਸਮੇਂ 'ਚ। ਤੇ ਸਰਕਾਰ ਨੂੰ ਇਹਨਾਂ ਜਿਹੜੇ ਗਰੁੱਪਸ ਆ, ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਵਾਇਲੈਂਟ ਗਰੁੱਪਸ ਆ, ਉਹਨਾਂ ਤੇ ਸਗੋਂ ਜਿਹੜਾ ਕਿਸੇ ਤਰੀਕੇ ਨਾਲ ਸਖਤੀ ਨਾਲ ਪੇਸ਼ ਆਉਣਾ। ਅੱਛਾ, ਬਾਕੀ ਜਿਹੜੀ ਇਮੀਗ੍ਰੈਂਟ ਕਲਾਸਿਸ ਨੇ, ਇਮੀਗ੍ਰੇਸ਼ਨ ਦੇ ਖਿਲਾਫ ਵੀ ਕੁਝ ਗੱਲਾਂ ਉੱਥੇ ਸੁਣਨ ਨੂੰ ਮਿਲੀਆਂ, ਉਹਨਾਂ ਨੇ ਇਹਦੇ 'ਚ ਹਿੱਸਾ ਨਹੀਂ ਲਿਆ। ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਪੰਜਾਬੀ ਟਰੱਕਿੰਗ ਇੰਡਸਟਰੀ 'ਚ ਆ। ਮੈਨੂੰ ਨਹੀਂ ਲੱਗਦਾ ਕੋਈ ਵਿਰਲਾ ਟਾਵਾਂ ਪੰਜਾਬੀ ਟਰੱਕ ਡਰਾਈਵਰ ਇਸ ਐਜੀਟੇਸ਼ਨ ਸ਼ਾਮਲ ਹੋਇਆ ਹੋਵੇਗਾ। ਇਹ BBC ਨੇ ਵੀ ਨਿਊਜ਼ ਲਾਈ ਸੀ, ਕਿਉਂ ਇਸ ਤੋਂ ਲਾਂਭੇ ਰਹੇ ਨੇ ਪੰਜਾਬੀ ਟਰੱਕਰ। ਇੱਕ ਤੇ ਜਿਵੇਂ ਆਪਾਂ ਇਹ ਦੱਸਿਆ ਕਿ ਜਿਹੜੀ ਇਹ ਟਰੱਕਿੰਗ ਪੰਜਾਬੀ ਜਿਹੜੇ ਮੋਸਟਲੀ ਵੈਕਸੀਨੇਟਡ ਹੈ, ਦੀ ਰਿਪੋਰਟ ਵੀ ਆਈ ਆ ਕਿ ਵੱਡੀ ਗਿਣਤੀ 'ਚ ਵੈਕਸੀਨੇਟਡ ਆ। ਦੂਸਰਾ ਇਹ ਆ ਕਿ ਜਿਹੜੀ ਮੋਬਿਲਾਈਜੇਸ਼ਨ ਜਿਹੜੇ ਗਰੁੱਪਾਂ ਨੇ ਕੀਤੀ ਆ ਜਿਹੜੇ ਇਸ਼ੂਜ਼ ਤੇ, ਉਹ ਵਰਕਿੰਗ ਕਲਾਸ ਦੇ ਜਾਂ ਇਮੀਗ੍ਰੈਂਟਸ ਦੇ ਇਸ਼ੂ ਨਹੀਂ ਹੈਗੇ। ਉਹ ਬੜੇ ਰਾਈਟ ਵਿੰਗ ਗਰੁੱਪਸ ਆ ਔਰ ਉਹਨਾਂ ਦੀ ਬੈਕਗਰਾਉਂਡ ਬੜੀ ਐਂਟੀ ਇਮੀਗ੍ਰੈਂਟ ਆ, ਉਹ ਬੜੇ ਐਂਟੀ ਇੰਡੀਜਨਸ ਆ, ਬੜੇ ਐਂਟੀ ਵਰਕਰ ਆ, ਈਵਨ ਐਂਟੀ ਉਹਨਾਂ 'ਚ ਬਹੁਤ ਸਾਰੇ ਉਹਨਾਂ ਦੇ ਵੂਮਨ ਦੇ ਵੀ ਇਸ਼ੂਜ਼ ਆ। ਤੋ ਇਸ ਕਰਕੇ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਆ ਉਹ ਨਹੀਂ ਇਨਵੋਲਵ ਹੋਈਆਂ। ਔਰ ਜਿਹੜੇ ਕਿਉਂਕਿ ਟਰੱਕਰਸ ਦੀਆਂ ਜਿਹੜੀਆਂ ਇਸ਼ੂਜ਼ ਆ, ਫੋਰ ਐਗਜ਼ਾਮਪਲ ਕੋਈ ਟਰੱਕ ਚਲਾਉਂਦਾ, ਉਹਦੀ ਰੈਸਟ ਏਰੀਏਜ਼ ਦੀ ਇਸ਼ੂ ਆ। ਤੁਸੀਂ ਦੇਖੋ ontario ਜਿੰਨੇ ਰੈਸਟ ਏਰੀਆ ਸਾਰੇ ਪ੍ਰਾਈਵੇਟ ਕੀਤੇ, ਜੇ ਕਿਸੇ ਨੇ ਨੇਰੇ ਸਵੇਰੇ ਸੌਣਾ ਨੂੰ ਥਾਂ ਹੀ ਨਹੀਂ ਲੱਭਦਾ, ਬੰਦੇ ਨੇ ਆਪਣੀ ਜੇ ਸ਼ਿਫਟ 'ਚ ਰੈਸਟ ਕਰਨੀ, ਇਹ ਇਸ਼ੂ ਆ। ਵੇਜ ਥੈਫਟ ਦਾ ਇਸ਼ੂ ਆ, ਡਰਾਈਵਰਸ ਦੀਆਂ ਕਿੰਨੀਆਂ ਵੇਜਸ ਦਾ ਇਸ਼ੂ ਆ, ਫਿਊਲ ਦੀਆਂ ਪ੍ਰਾਈਸਿਸ ਕਿੰਨੀਆਂ ਗਈਆਂ ਹੋਈਆਂ ਉਹਦਾ ਇਸ਼ੂ ਆ, ਵੇਜਸ ਦਾ ਇਸ਼ੂ ਆ, ਕਿੰਨੇ ਇਹ ਇਸ਼ੂ ਆ ਜਿਹੜੇ ਇਹਦੇ 'ਚ ਨਹੀਂ ਹੈਗੇ। ਤੋਂ ਇਸ ਕਰਕੇ ਬੇਸਿਕਲੀ ਇਹ ਟਰੱਕਰਸ ਦੀ ਕੋਈ ਜਿਹੜੀ। ਅੱਛਾ, ਆਪਾਂ ਕੰਕਲੂਡ ਕਰਦੇ ਹਾਂ। ਲਾਸਟ ਮੇਰਾ ਇਹ ਆ ਕਿ ਜਿਹੜੀ ਸਿਵਲ ਸੁਸਾਇਟੀ ਆ, ਜਿਹੜੇ ਅਸੀਂ ਆਮ ਲੋਕ, ਆਮ ਸਿਟੀਜ਼ਨ ਆ ਕੈਨੇਡੀਅਨ, ਉਹ ਕਿਸ ਤਰ੍ਹਾਂ ਸਤਰਕ ਰਹਿਣ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਲੋਕ ਕੋਈ ਗਲਤ ਤਰ੍ਹਾਂ ਦੀ ਮੂਵਮੈਂਟ ਬਣਾ ਕੇ ਉਹਨਾਂ ਦੇ ਨਾਂ ਦੇ ਉੱਤੇ ਕਰਕੇ ਤੇ ਇਹਨੂੰ ਯੂਜ਼ ਨਾ ਕਰ ਲੈਣ। ਲੋਕਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਕਿ ਜਿਹੜੇ ਆਮ ਸਿਵਲ ਸੁਸਾਇਟੀ ਆ ਜਾਂ ਜਿਹੜੇ ਲੋਕ ਛੋਟੇ ਮੋਟੇ ਗਰੁੱਪ ਬਣਾਉਂਦੇ ਆ, ਸਹਿ ਸਭਾਵਾਂ ਨੇ, ਕੁਝ ਵਰਕਰਸ ਦੇ ਗਰੁੱਪ ਨੇ, ਕੁਝ ਹੋਰ, ਉਹ ਕਿਸ ਤਰੀਕੇ ਦੇ ਐਕਸ਼ਨ ਕਰਨ, ਕਿਸ ਤਰੀਕੇ ਦੀ ਚੇਤਨਾ ਪੈਦਾ ਕਰਨ, ਉਹ ਆਪਣੀ ਮੂਵਮੈਂਟਸ ਕਿਸ ਤਰ੍ਹਾਂ ਦੀਆਂ ਬਣਾਉਣ ਕਿ ਅੱਗੇ ਤੋਂ ਕੁਝ ਲੋਕ ਜਿਹੜੇ ਆ ਉਹ ਵਰਕਰ ਦੇ ਨਾਂ 'ਤੇ, ਟਰੱਕ ਡਰਾਈਵਰਾਂ ਦੇ ਨਾਂ 'ਤੇ ਜਾਂ ਹੋਰ ਵਰਕਿੰਗ ਕਲਾਸ ਦੇ ਨਾਂ ਦੇ ਉੱਤੇ ਆਪਣੇ ਮਫਾਦ ਨਾਲ ਹੱਲ ਕਰ ਲੈਣ। ਉਹਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਹੋਵੇ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ? ਅਰਜੀਤ ਜੀ, ਇੱਕ ਤੇ ਆ ਕਿ ਜਿਹੜੀਆਂ ਲੇਬਰ ਆਰਗੇਨਾਈਜੇਸ਼ਨਸ ਆ, ਜਿੰਨੀਆਂ ਵੱਡੀਆਂ ਵੀ ਆ, ਉਹਨਾਂ ਨੂੰ ਐਕਟਿਵ ਹੋਣ ਦੀ ਲੋੜ ਆ। ਚੁੱਪ ਕਰਕੇ ਬੈਠੀਆਂ ਸਾਧ ਕੇ ਉਹ ਲੋਕਾਂ ਦੇ ਇਸ਼ੂਜ਼ ਨਹੀਂ ਠਾ ਰਹੀਆਂ। ਦੂਸਰਾ, ਲੋਕਾਂ ਨੂੰ ਜਿਹੜੇ ਆਪਣੇ ਇਸ਼ੂਜ਼ ਆ ਉਹਦੇ 'ਚ ਉਹਨਾਂ ਦੀ ਅਫੋਰਡੇਬਿਲਟੀ ਦੇ ਇਸ਼ੂਜ਼ ਆ, ਹਾਊਸਿੰਗ ਦੇ, ਹੈਲਥ ਦੇ ਆ, ਉਹਨਾਂ ਦੀ ਬੱਚਿਆਂ ਦੀ ਐਜੂਕੇਸ਼ਨ ਆ, ਪੋਸਟ ਸੈਕੰਡਰੀ ਐਜੂਕੇਸ਼ਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈ ਆ, ਜਾਂ ਹੋਰ ਜਨ ਜੀਵਨ ਦੇ ਜਾਂ ਵਾਤਾਵਰਨ ਦੇ ਜਾਂ ਇੰਡੀਜਨਸ ਲੋਕਾਂ ਦੇ ਜਿੰਨੇ ਵੀ ਇਸ਼ੂਜ਼ ਆ, ਜਿਹੜੀਆਂ ਵੀ ਕੋਈ ਲਹਿਰਾਂ ਵੰਡਣ ਦੀ ਥਾਂ ਤੇ ਇਕੱਠਿਆਂ ਕਰਕੇ ਲੋਕਾਂ ਦੇ ਇਸ਼ੂਜ਼ ਉਠਾਉਂਦੀਆਂ, ਲੋਕਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਉੱਧਰ ਧਿਆਨ ਰੱਖਣਾ ਚਾਹੀਦਾ। ਜਿਹੜੀ ਵੀ ਕੋਈ ਲਹਿਰ ਕੋਈ ਅਜਿਹੇ ਲੋਕਾਂ ਵੱਲੋਂ ਉਠਾਈ ਗਈ ਆ ਜਿਹੜੀ ਹੇਟ ਤੇ ਬੇਸ ਆ, ਕਿਉਂਕਿ ਅਸੀਂ ਯੂਰਪ 'ਚ ਦੇਖਿਆ ਜਿੰਨੇ ਐਕਸਟ੍ਰੀਮ ਰਾਈਟ ਵਿੰਗ ਗਰੁੱਪ ਮਜ਼ਬੂਤ ਹੋਏ, ਉਹਨਾਂ ਨੇ ਤੰਗੀ ਪੈਦਾ ਕੀਤੀ ਉਹਨਾਂ ਦੇਸ਼ਾਂ 'ਚ ਇਮੀਗ੍ਰੈਂਟਸ ਤੇ। ਤਾਂ ਲੋਕਾਂ ਨੂੰ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਔਰ ਵੇਖਣਾ ਚਾਹੀਦਾ ਵੀ ਕਿਹੜੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਲਈ ਲੜਦੀਆਂ ਤੇ ਕਿਹੜੀਆਂ ਜਿਹੜੀਆਂ ਵੰਡਦੀਆਂ ਤੇ ਆਉਣ ਵਾਲੇ ਸਮੇਂ 'ਚ ਖਤਰਾ ਹੋ ਸਕਦੀਆਂ। ਬਿਲਕੁਲ ਠੀਕ ਹੈ ਹੁੰਦਲ ਸਾਹਿਬ, ਤੁਸੀਂ ਬਹੁਤ ਵਧੀਆ ਸਾਨੂੰ ਵਿਚਾਰ ਦਿੱਤੇ ਆ। ਸੋ ਲੋਕਾਂ ਨੂੰ ਆਪ ਹੁਣ ਆਪਣੀ ਜਿਹੜੀ ਨਜ਼ਰ ਆ ਉਹ ਰੱਖਣੀ ਪਏਗੀ ਕਿ ਕੌਣ ਲੋਕ ਨੇ ਜੋ ਆਮ ਵਰਕਰ ਦੇ ਹਿੱਤ ਦੀ ਗੱਲ ਕਰਦੇ ਨੇ ਤੇ ਕੌਣ ਲੋਕ ਨੇ ਜਿਹੜੇ ਵਰਕਰ ਦਾ ਨਾਂ ਲੈ ਕੇ ਕੁਝ ਹੋਰ ਤਰ੍ਹਾਂ ਦੀ ਮੂਵਮੈਂਟ ਚਲਾਉਣਾ ਚਾਹੁੰਦੇ ਨੇ, ਜਿਹੜੀ ਅਲਟੀਮੇਟਲੀ ਨਾ ਸਾਡੇ ਮੁਲਕ ਲਈ, ਨਾ ਸੁਸਾਇਟੀ ਲਈ, ਔਰ ਖਾਸ ਕਰਕੇ ਕੈਨੇਡਾ ਇਮੀਗ੍ਰੈਂਟਸ ਦਾ ਮੁਲਕ ਕਿਹਾ ਜਾਂਦਾ, ਉਹਨਾਂ ਦੇ ਹਿੱਤਾਂ ਨੂੰ ਜਿਹੜੀ ਆ ਉਹ ਪੂਰੀ ਕਰ ਸਕਦੀ ਆ। ਸਗੋਂ ਉਲਟ ਦਿਸ਼ਾ ਵੱਲ ਕੁਛ ਨਾ ਕੁਛ ਹੋ ਸਕਦਾ, ਜਿਸ ਤੋਂ ਸਾਨੂੰ ਸਭ ਨੂੰ ਚੇਤਨ ਹੋ ਕੇ ਸਤਰਕ ਰਹਿਣ ਦੀ ਲੋੜ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਆਪਾਂ ਆਉਣ ਵਾਲੇ ਦਿਨਾਂ 'ਚ ਕੁਝ ਇੱਕ ਐਸੇ ਟੌਪਿਕ ਤੇ ਹੋਰ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਆਪਣੇ ਦਰਸ਼ਕਾਂ ਨਾਲ। ਬਹੁਤ ਸ਼ੁਕਰੀਆ। ਧੰਨਵਾਦ ਜੀ।